हेलो स्टूडेंट वेलकम ऑन माई लर्न शॉर्ट एंड इंग्लिश पंजाबी एंड हिंदी यूट्यूब चैनल। तो अज असी करांगे चैप्टर 3 इंटरविनिंग वॉवल्स एंड पोजीशन। स्टूडेंट पॉइंट नंबर 21 टू 24 ਦੇ ਵਿੱਚ ਦੱਸਿਆ ਗਿਆ ਹੈ ਕਿ ਵੀ ਜਿਹੜਾ ਦੋ ਸਟ੍ਰੋਕਸ ਦਰਮਿਆਨ ਆਉਣ ਵਾਲਾ ਫਸਟ ਸੈਕੰਡ ਐਂਡ ਥਰਡ ਪਲੇਸ ਵਾਵਲ ਕਿਵੇਂ ਲੱਗਣਾ ਹੈ। ਸਟੂਡੈਂਟ ਜਦੋਂ ਦੋ ਸਟ੍ਰੋਕਸ ਦੇ ਦਰਮਿਆਨ ਫਸਟ ਪਲੇਸ ਵਾਵਲ ਜਾਂ ਸੈਕੰਡ ਪਲੇਸ ਵਾਵਲ ਆਉਂਦਾ ਹੈ, ਉਹ ਪਹਿਲੇ ਸਟ੍ਰੋਕ ਦੀ ਫਸਟ ਪਲੇਸ ਤੇ ਸੈਕੰਡ ਪਲੇਸ ਤੇ ਹੀ ਲੱਗਦਾ ਹੈ। ਸਟੂਡੈਂਟ ਜਦੋਂ ਥਰਡ ਪਲੇਸ ਦਾ ਵਾਵਲ ਆਉਂਦਾ ਹੈ ਤਾਂ ਦੋ ਸਟ੍ਰੋਕਸ ਦਰਮਿਆਨ ਆਉਣ ਵਾਲਾ ਥਰਡ ਪਲੇਸ ਵਾਵਲ ਹਮੇਸ਼ਾ ਸੈਕਿੰਡ ਸਟ੍ਰੋਕ ਦੀ ਬਿਫੋਰ ਸਾਈਡ ਤੇ ਥਰਡ ਪਲੇਸ ਤੇ ਲੱਗਦਾ ਹੈ। ਸੋ ਸਟੂਡੈਂਟ ਤੁਸੀਂ ਇਸ ਚਾਰਟ ਦੇ ਵਿੱਚ ਦੇਖ ਰਹੇ ਹੋ ਕਿ ਫਸਟ ਪਲੇਸ ਵਾਵਲ ਸੈਕਿੰਡ ਥਰਡ ਹਰ ਇੱਕ ਡਾਇਗਰਾਮ 'ਚ ਫਸਟ ਸੈਕਿੰਡ ਥਰਡ ਫਸਟ ਸੈਕਿੰਡ ਥਰਡ। ਸੋ ਸਟੂਡੈਂਟ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਹਰ ਇੱਕ ਵਰਡ ਦੀ ਕੋਈ ਵੀ ਵਰਡ ਲੈ ਲਈਏ ਉਹਨੂੰ ਲਿਖਣ ਦੀਆਂ ਤਿੰਨ ਪੋਜੀਸ਼ਨ ਹਨ: ਅਬਵ ਦਾ ਲਾਈਨ, ਔਨ ਦਾ ਲਾਈਨ ਅਤੇ ਥਰੂ ਦਾ ਲਾਈਨ। ਪਰ ਸਟੂਡੈਂਟ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਸਾਡੇ ਕੋਲ ਫਸਟ ਪਲੇਸ ਦੇ 4 ਵਾਵਲ ਹੈ ਅਤੇ ਸੈਕਿੰਡ ਪਲੇਸ ਦੇ ਵੀ 4 ਵਾਵਲ ਹੈ ਅਤੇ ਥਰਡ ਪਲੇਸ ਦੇ ਵੀ 4 ਵਾਵਲ ਹੈ। ਅਤੇ ਫਸਟ ਪਲੇਸ ਵਾਲੇ ਵਾਵਲ ਸੀ ਸਾਡੇ ਕੋਲ ਆ ਅਤੇ ਹੈਵੀ ਡਾਟ, ਹੈਵੀ ਡੈਸ਼ ਵਾਲਾ ਸੀ ਓ, ਲਾਈਟ ਡਾਟ ਵਾਲਾ ਸੀ ਐ ਅਤੇ ਲਾਈਟ ਡੈਸ਼ ਵਾਲਾ ਸੀ ਅ। ਇਸ ਤਰ੍ਹਾਂ ਹੀ ਸੈਕਿੰਡ ਪਲੇਸ ਵਾਵਲ ਸੀ ਸਾਡੇ ਕੋਲ ਪਹਿਲਾ ਜਿਹੜਾ ਸੀਗਾ ਏ, ਸੈਕਿੰਡ ਪਲੇਸ ਦਾ ਲਾਈਟ ਹੈਵੀ ਡਾਟ ਵਾਲਾ, ਅਤੇ ਸੈਕਿੰਡ ਪਲੇਸ ਦਾ ਓ ਸੀਗਾ ਵਾਵਲ ਹੈਵੀ ਡੈਸ਼, ਅਤੇ ਸੈਕਿੰਡ ਪਲੇਸ ਦਾ ਵਾਵਲ ਲਾਈਟ ਡਾਟ ਵਾਲਾ ਐ, ਅਤੇ ਸੈਕਿੰਡ ਪਲੇਸ ਦਾ ਲਾਈਟ ਡੈਸ਼ ਵਾਲਾ ਵਾਵਲ ਸੀ ਅ। ਤੋ ਅੱਗੇ ਸਾਡੇ ਕੋਲ ਹੈਗਾ ਜੀ ਥਰਡ ਪਲੇਸ ਵਾਵਲ। ਥਰਡ ਪਲੇਸ ਵਾਵਲ ਦੇ ਵਿੱਚ ਸਾਡੇ ਕੋਲ ਸੀਗਾ ਹੈਵੀ ਡਾਟ ਵਾਲਾ ਈ ਅਤੇ ਹੈਵੀ ਡੈਸ਼ ਵਾਲਾ ਊ, ਲਾਈਟ ਡਾਟ ਵਾਲਾ ਏ ਅਤੇ ਲਾਈਟ ਡੈਸ਼ ਵਾਲਾ ਊ। ਸੋ ਸਟੂਡੈਂਟ ਇਹ ਵਾਲੇ ਅਸੀਂ ਪਹਿਲਾਂ ਸਾਰੇ ਵਾਵਲਸ ਤੁਹਾਨੂੰ ਦੱਸੇ ਸੀਗੇ ਇਸ ਚੈਪਟਰ ਸੈਕਿੰਡ ਦੀ ਵਾਵਲਸ ਵਿੱਚ, ਅਤੇ ਜਿਹਦੇ ਵਿੱਚ 12 ਵਾਵਲ ਦਿੱਤੇ ਹੋਏ ਸੀ। 6 ਹੈਵੀ ਵਾਵਲ ਸੀਗੇ ਅਤੇ 6 ਲਾਈਟ ਵਾਵਲ ਸੀਗੇ, ਜਿਨ੍ਹਾਂ ਵਿੱਚੋਂ 3 ਹੈਵੀ ਡਾਟ ਵਾਵਲ, 3 ਹੈਵੀ ਡੈਸ਼ ਵਾਵਲ, 3 ਲਾਈਟ ਡਾਟ ਵਾਵਲ ਅਤੇ 3 ਲਾਈਟ ਡੈਸ਼ ਵਾਵਲ ਸੀਗੇ। ਅਤੇ ਇਹਨਾਂ ਸਾਰਿਆਂ ਵਿੱਚ ਫਸਟ ਸੈਕਿੰਡ ਥਰਡ, ਫਸਟ ਸੈਕਿੰਡ ਥਰਡ, ਫਸਟ ਸੈਕਿੰਡ ਥਰਡ ਅਤੇ ਫਸਟ ਸੈਕਿੰਡ ਥਰਡ, ਇਹਨਾਂ ਚਾਰੇ ਬਲੋਕ ਵਿੱਚ ਸਾਡੇ ਕੋਲ ਫਸਟ ਸੈਕਿੰਡ ਥਰਡ ਪਲੇਸ ਵਾਲੇ ਵਾਵਲ ਸੀ। ਉਹ ਇਹ ਸੀਗੇ ਕਿ ਫਸਟ ਪਲੇਸ ਵਾਲੇ ਵਾਵਲ ਅਸੀਂ ਸਾਰੇ ਕੱਢ ਲਏ ਆ, ਓ, ਐ, ਅ। ਸੈਕਿੰਡ ਪਲੇਸ ਵਾਲੇ ਵਾਵਲ ਹੈਗੇ ਨੇ ਏ, ਓ, ਐ ਅਤੇ ਅ। ਥਰਡ ਪਲੇਸ ਵਾਲੇ ਵਾਵਲ ਹੈਗੇ ਨੇ ਜੀ ਈ, ਊ, ਏ ਅਤੇ ਊ। ਹੁਣ ਅਸੀਂ ਦੇਖਦੇ ਹਾਂ ਸਟੂਡੈਂਟ ਕਿ ਜਦੋਂ ਦੋ ਸਟ੍ਰੋਕਸ ਦਰਮਿਆਨ ਫਸਟ ਪਲੇਸ ਵਾਵਲ ਆਉਂਦਾ ਹੈ ਤਾਂ ਸਾਡੇ ਸਟ੍ਰੋਕ ਦੇ ਵਿੱਚ ਵਾਵਲ ਇਹ ਜਿਹੜਾ ਫਸਟ ਪਲੇਸ ਕਿਵੇਂ ਲੱਗਣਾ। ਜਿਵੇਂ ਵਰਡ ਹੈਗਾ ਜੀ ਪੌਮ, ਹੁਣ ਅਸੀਂ ਪਹਿਲਾਂ ਫਸਟ ਪਲੇਸ ਵਾਲੇ ਵਾਵਲ ਦੇਖਾਂਗੇ। ਪੌਮ ਪੀ ਆਵਲ ਅਤੇ ਐਮ, ਇਟ ਮੀਨ ਆ ਫਸਟ ਪਲੇਸ ਦਾ ਵਾਵਲ ਹੋਣ ਕਰਕੇ ਆਪਾਂ ਫਸਟ ਪਲੇਸ 'ਤੇ ਲਾਵਾਂਗੇ, ਅਤੇ ਫਸਟ ਪਲੇਸ ਵਾਵਲ ਜਿਹੜਾ ਹੈ ਇਹ ਡਿਟਰਮਿਨ ਕਰਦਾ ਹੈ ਦੋ ਸਟ੍ਰੋਕਸ ਦਰਮਿਆਨ ਆਉਣ ਵਾਲਾ ਫਸਟ ਵਾਵਲ, ਇਹ ਡਿਟਰਮਿਨ ਕਰਦਾ ਹੈ ਕਿ ਉਹ ਸਟ੍ਰੋਕ ਦੀ ਫਸਟ ਪਲੇਸ 'ਤੇ ਲੱਗਣਾ ਹੈ। ਅਤੇ ਜਿਹੜਾ ਤੁਹਾਡੀ ਆਊਟਲਾਈਨ ਹੈ ਇਹ ਪਹਿਲਾ ਸਟ੍ਰੋਕ ਅਬਵ ਦਾ ਲਾਈਨ ਲਿਖਿਆ ਜਾਣਾ ਹੈ, ਅਤੇ ਇਹਦਾ ਮਤਲਬ ਇਹ ਮੰਨਿਆ ਜਾਏਗਾ ਕਿ ਤੁਹਾਡੀ ਜਿਹੜੀ ਵਰਡ ਦੀ ਆਊਟਲਾਈਨ ਹੈ ਅਬਵ ਦਾ ਲਾਈਨ। ਸੋ ਅੱਗੇ ਵਰਡ ਹੈਗਾ ਜੀ ਸਾਡੇ ਕੋਲ ਟਾਕ, ਟੀ ਓ ਵਾਵਲ ਹੈ ਇਹਦੇ ਵਿੱਚ ਅਤੇ ਕੇ ਹੈ। ਓ ਜਿਹੜਾ ਹੈਗਾ ਸਾਡੇ ਕੋਲ ਫਸਟ ਪਲੇਸ ਦਾ ਹੈਵੀ ਡੈਸ਼ ਵਾਲਾ ਅਤੇ ਟੀ ਅਬਵ ਦਾ ਲਾਈਨ ਅਤੇ ਕੇ ਟੀ ਅਬਵ ਦਾ ਲਾਈਨ
ਇਹੀ ਵੋਵਲ ਨੇ ਡਿਟਰਮਨ ਕੀਤਾ, ਉਹ ਵੋਵਲ ਨੇ ਫਸਟ ਪਲੇਸ ਨੇ ਕਿ ਵੀ ਇਹ ਅਬਾਊਟ ਦਾ ਲਾਈਨ ਲਿਖੀ ਜਾਣੀ ਹੈ, ਤੇ ਅਗਲਾ ਸਟ੍ਰੋਕ ਉਹਦੇ ਨਾਲ ਜੁੜ ਜਾਏਗਾ। ਸੋ ਟੀ ਤੋਂ ਬਾਅਦ ਓ ਫਸਟ ਪਲੇਸ ਤੇ ਲੱਗ ਜਾਏਗਾ। ਸੋ ਇਸ ਤਰ੍ਹਾਂ ਇਹ ਸਾਡੀ ਫਸਟ ਪੋਜੀਸ਼ਨ ਜਿਹੜੀ ਹੈ ਹੋ ਜਾਏਗੀ ਵਰਡ ਨੂੰ ਲਿਖਣ ਦੀ। ਸਾਡੇ ਕੋਲ 3 ਪੋਜੀਸ਼ਨ ਦਿੱਤੀਆਂ ਹੋਈਆਂ ਆਊਟਲਾਈਨ ਦੀਆਂ, ਫਸਟ, ਸੈਕਿੰਡ ਐਂਡ ਥਰਡ, ਅਬਵ ਦਾ ਲਾਈਨ, ਔਨ ਦਾ ਲਾਈਨ ਤੇ ਥਰੂ ਦਾ ਲਾਈਨ। ਸੋ ਅੱਗੇ ਵਰਡ ਹੈਗਾ ਜੀ ਸਾਡੇ ਕੋਲ ਥਰਡ। ਸੋ ਸਟੂਡੈਂਟ ਥਰਡ ਇਥ ਦੇ ਵਿੱਚ ਓ ਵੋਵਲ ਹੈ, ਓ ਫਸਟ ਪਲੇਸ ਹੈ, ਤਾਂ ਆਪਾਂ ਇਥ ਅਬਵ ਦਾ ਲਾਈਨ ਲਿਖਾਂਗੇ ਤੇ ਅੱਗੇ ਡੀ, ਤੇ ਇਥ ਤੋਂ ਬਾਅਦ ਓ ਫਸਟ ਪਲੇਸ ਤੇ ਲਾਵਾਂਗੇ। ਟੈਪ ਟੀ ਐ ਵੋਵਲ ਤੇ ਪੀ ਅਗਲੇ ਵਰਡ 'ਚ ਅਸੀਂ ਦੇਖਦੇ ਹਾਂ। 2 ਸਟ੍ਰੋਕਸ ਦੇ ਦਰਮਿਆਨ ਫਸਟ ਪਲੇਸ ਵੋਵਲ ਹੈ ਐ, ਤਾਂ ਟੀ ਤੋਂ ਬਾਅਦ ਆ ਰਿਹਾ ਐ ਵੋਵਲ ਡਿਟਰਮਿਨ ਕਰਦਾ ਕਿ ਫਸਟ ਸਟ੍ਰੋਕ, ਫਸਟ ਵੋਵਲ ਪੂਰੇ ਵਰਡ ਵਿੱਚ ਐ ਹੀ ਹੈ ਆਪਣੇ ਕੋਲ, ਉਹਦੇ ਅਕੋਰਡਿੰਗ ਫਸਟ ਸਟ੍ਰੋਕ ਅਬਵ ਦਾ ਲਾਈਨ ਲਿਖਿਆ ਜਾਏਗਾ। ਜਿਵੇਂ ਟੀ ਏ ਸੀ ਅਬਵ ਦਾ ਲਾਈਨ ਲਿਖਿਆ ਹੈ, ਟੀ ਤੋਂ ਬਾਅਦ ਐ, ਟੈਪ। ਸੋ ਸਟੂਡੈਂਟ ਨੈਕਸਟ ਵਰਡ ਲੈਂਦੇ ਹਾਂ ਸ਼ਾਇਰੀ। ਇਸ਼, ਐ ਤੇ ਆਰ। ਇਸ਼ ਤੋਂ ਬਾਅਦ ਐ ਵੋਵਲ ਹੈਗਾ ਫਸਟ ਪਲੇਸ, ਲਾਈਟ ਸਾਊਂਡਡ ਹੈ, ਲਾਈਟ ਡਾਟ ਵਾਲਾ ਹੈ, ਤਾਂ ਡਿਟਰਮਿਨ ਕਰਦਾ ਹੈ ਕਿ ਫਸਟ ਸਟ੍ਰੋਕ ਇਸ਼ ਜੋ ਹੈ ਸਾਡਾ ਅਬਵ ਦਾ ਲਾਈਨ ਲਿਖਿਆ ਜਾਏਗਾ। ਅੱਗੇ ਹੈਗਾ ਆਰ। ਇਸ਼ ਤੋਂ ਬਾਅਦ ਐ ਫਸਟ ਪਲੇਸ ਤੇ, ਲਾਈਟ ਡਾਟ ਲਾਵਾਂਗੇ ਆਪਾਂ, ਤੇ ਆਰ ਤੋਂ ਬਾਅਦ ਈ ਵੋਵਲ ਆ ਰਿਹਾ, ਉਹ ਆਰ ਤੋਂ ਬਾਅਦ ਫਸਟ, ਸੈਕਿੰਡ, ਥਰਡ, ਈ ਥਰਡ ਪਲੇਸ ਦਾ ਵੋਵਲ ਹੈ, ਉਹ ਵੀ ਲੱਗੇਗਾ। ਸੋ ਸਟੂਡੈਂਟ ਅੱਗੇ ਵਰਡ ਲੈਂਦੇ ਹਾਂ ਅਸੀਂ ਟੌਲ। ਇਹਦੇ ਵਿੱਚ ਟੀ ਦੋ ਤੇ ਐਲ ਦੋ ਨਾ ਸਟ੍ਰੋਕਸ ਦਰਮਿਆਨ ਸਾਡੇ ਕੋਲ ਵੋਵਲ ਆ ਰਿਹਾ ਓ, ਹੈਵੀ ਡੈਸ਼ ਵੋਵਲ। ਟੀ ਅਬਵ ਦਾ ਲਾਈਨ ਲਿਖਾਂਗੇ ਕਿਉਂਕਿ ਓ ਫਸਟ ਪਲੇਸ ਵੋਵਲ ਹੈ, ਡਿਟਰਮਿਨ ਕਰਦਾ ਹੈ ਕਿ ਫਸਟ ਸਟ੍ਰੋਕ ਟੀ ਅਬਵ ਦਾ ਲਾਈਨ, ਤੇ ਜਿਹੜਾ ਫਸਟ ਪਲੇਸ ਵੋਵਲ ਹੈ ਟੀ ਔਰ ਐਲ ਦਰਮਿਆਨ ਆ ਰਿਹਾ, ਟੀ ਪਹਿਲੇ ਸਟ੍ਰੋਕ ਤੇ ਫਸਟ ਪਲੇਸ ਤੇ ਹੀ ਲੱਗੇਗਾ। ਸੋ ਸਟੂਡੈਂਟ ਅੱਗੇ ਅਸੀਂ ਲੈਂਦੇ ਹੈਗੇ ਹਾਂ ਵਰਡ ਰੌਟ। ਇਹ ਸਾਰੇ ਡਾਊਨ ਸਟ੍ਰੋਕ ਲਏ ਸੀ ਆਪਾਂ, ਤੇ ਹੁਣ ਅਪ ਸਟ੍ਰੋਕ ਤੋਂ ਬਾਅਦ ਵੀ ਅੱਗੇ ਆ ਜਾਂਦਾ ਟੀ। ਅਪ ਸਟ੍ਰੋਕ ਤੋਂ ਬਾਅਦ ਜਿਹੜਾ ਦੋ, ਇੱਕ ਪਹਿਲਾ ਅਪ ਸਟ੍ਰੋਕ ਹੈ, ਦੂਜਾ ਕੋਈ ਵੀ ਹੋਵੇ, ਜਿਵੇਂ ਰੌਟ, ਤਾਂ ਇੱਥੇ ਓ ਫਸਟ ਪਲੇਸ ਵੋਵਲ ਹੈ, ਤਾਂ ਅੱਗੇ ਹੈਗਾ ਟੀ। ਆਰ ਤੋਂ ਬਾਅਦ ਓ ਫਸਟ ਪਲੇਸ ਤੇ ਲਾਵਾਂਗੇ। ਉਸੇ ਤਰ੍ਹਾਂ ਹੀ ਓ ਵੋਵਲ ਫਸਟ ਪਲੇਸ ਨੇ ਡਿਟਰਮਿਨ ਕੀਤਾ ਕਿ ਆਰ ਜਿਹੜਾ ਹੈ ਅਬਵ ਦਾ ਲਾਈਨ ਲਿਖਿਆ ਜਾਏਗਾ, ਤੇ ਆਰ ਔਰ ਟੀ ਦਰਮਿਆਨ ਆਉਣ ਵਾਲਾ ਫਸਟ ਪਲੇਸ ਵੋਵਲ ਪਹਿਲਾ ਸਟ੍ਰੋਕ ਆਰ ਹੈ, ਇਹਦੀ ਫਸਟ ਪਲੇਸ ਤੇ ਹੀ ਲੱਗੇਗਾ। ਸੋ ਅੱਗੇ ਵਰਡ ਹੈਗਾ ਸਟੂਡੈਂਟ ਲੈਬ। ਐਲ ਔਰ ਪੀ ਦਰਮਿਆਨ ਵੋਵਲ ਆ ਰਿਹਾ ਸਾਡੇ ਕੋਲ ਐ ਸਾਡੇ ਕੋਲ ਫਿਰ ਫਸਟ ਪਲੇਸ ਵੋਵਲ ਹੈ, ਤਾਂ ਅਸੀਂ ਐਲ ਅਬਵ ਦਾ ਲਾਈਨ ਲਿਖਾਂਗੇ, ਅੱਗੇ ਪੀ ਲੈਬ, ਤੇ ਐਲ ਤੋਂ ਬਾਅਦ ਐ ਫਸਟ ਪਲੇਸ ਤੇ। ਇਹ ਡਿਟਰਮਿਨ ਕਰਦਾ ਹੈ ਐ ਕਿ ਐਲ ਅਬਵ ਦਾ ਲਾਈਨ ਲਿਖਿਆ ਜਾਏਗਾ, ਤੇ ਨੈਕਸਟ ਸਟ੍ਰੋਕ ਪੀ, ਤੇ ਐਲ ਦੀ ਫਸਟ ਪਲੇਸ ਤੇ ਲੱਗੇਗਾ। ਪਹਿਲਾ ਸਟ੍ਰੋਕ ਐਲ ਹੈ। ਸੋ ਸਟੂਡੈਂਟ ਨੈਕਸਟ ਵਰਡ ਲੈਂਦੇ ਆ ਰਾਕ। ਆਰ, ਅ ਸਾਡੇ ਕੋਲ ਲਾਈਟ ਡੈਸ਼ ਵੋਵਲ ਫਸਟ ਪਲੇਸ ਹੈ, ਡਿਟਰਮਿਨ ਕਰਦਾ ਕਿ ਆਰ ਅਬਵ ਦਾ ਲਾਈਨ, ਤੇ ਅੱਗੇ ਕੇ, ਆਰ ਕੇ ਦਰਮਿਆਨ ਅ ਵੋਵਲ, ਤਾਂ ਆਰ ਤੋਂ ਬਾਅਦ ਜਿਹੜਾ ਆਉਣ ਵਾਲਾ ਫਸਟ ਪਲੇਸ ਵੋਵਲ ਲਾਈਟ ਡੈਸ਼ ਆਰ ਦੀ ਫਸਟ ਪਲੇਸ ਤੇ ਲਾ ਦਾਂਗੇ। ਸੋ ਨੈਕਸਟ ਵਰਡ ਲੈਂਦੇ ਆ ਯਾਕ। ਵਾਈ ਦੀ ਆਵਾਜ਼ ਇੱਥੇ ਕੀ ਹੈ य, ਵਾਈ ਦੀ ਆਵਾਜ਼ ਕਿਸੇ ਵਰਡ ਦੇ ਵਿੱਚ य ਦੀ ਹੁੰਦੀ ਹੈ ਯਾ, ਤੇ ਅੱਗੇ ਹੈਗਾ ਕੇ। ਆ ਵੋਵਲ ਜਿਹੜਾ य ਔਰ ਕੇ ਦੇ ਦਰਮਿਆਨ ਆ ਰਿਹਾ ਹੈ, ਤਾਂ ਫਸਟ ਪਲੇਸ ਵੋਵਲ ਡਿਟਰਮਿਨ ਕਰਦਾ ਵਾਈ ਅਬਵ ਦਾ ਲਾਈਨ, ਤੇ ਵਾਈ ਦੀ ਫਸਟ ਪਲੇਸ ਤੇ ਲਾਵਾਂਗੇ ਯਾਕ। ਫਿਰ ਸਟੂਡੈਂਟ ਨੈਕਸਟ ਹੈ ਕਿ ਵਰਡ ਲੈਂਦੇ ਹਾਂ ਅਸੀਂ ਕੈਚ। ਹੁਣ ਇੱਥੇ ਪੋਜੀਸ਼ਨ ਇਹ ਹੈ ਕਿ ਵੀ ਕੇ ਹੋਰੀਜੈਂਟਲ ਸਟ੍ਰੋਕ ਹੈ, ਅੱਗੇ ਆਉਣ ਵਾਲਾ ਸਟ੍ਰੋਕ 'ਚ ਡਾਊਨ ਸਟ੍ਰੋਕ ਹੈ, ਬਟ ਇਹਨਾਂ ਦੋਨਾਂ ਦਰਮਿਆਨ ਵੋਵਲ ਜਿਹੜਾ ਹੈਗਾ ਐ ਫਸਟ ਪਲੇਸ ਹੈ। ਤਾਂ ਜਦੋਂ ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਫਸਟ ਪਲੇਸ ਵੋਵਲ ਤੇ ਅੱਗੇ ਡਾਊਨ ਸਟ੍ਰੋਕ ਹੋਵੇ, ਤਾਂ
ਹੋਰੀਜੈਂਟਲ ਸਟ੍ਰੋਕ ਤੋਂ ਅਗਲਾ ਡਾਊਨ ਸਟ੍ਰੋਕ ਅਬਵ ਦਾ ਲਾਈਨ ਲਿਖਾਂਗੇ। ਤੇ ਜਿਹੜਾ ਵਿੱਚ ਵਾਵਲ ਆਇਆ ਸੀ ਫਸਟ ਪਲੇਸ, ਉਹ ਕੇ ਦੇ ਨਾਲ ਫਸਟ ਪਲੇਸ ਤੇ ਲਾਵਾਂਗੇ ਪਹਿਲੇ ਸਟ੍ਰੋਕ ਦੇ ਨਾਲ, ਯਾਨੀ ਕਿ ਸੈਕਿੰਡ ਵਰਡ ਲਈਏ ਤਾਂ ਆਪਣੇ ਕੋਲ ਹੈ ਗਟ, ਗੇ, ਅ ਤੇ ਟੀ। ਗੇ ਔਰ ਟੀ, ਟੀ ਸਾਡੇ ਕੋਲ ਡਾਊਨ ਸਟ੍ਰੋਕ ਹੈ, ਗੇ ਹੋਰੀਜੈਂਟਲ ਹੈ। ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਆਉਣ ਵਾਲਾ ਫਸਟ ਪਲੇਸ ਦੇ ਅਕੋਰਡਿੰਗ ਗੇ ਤੋਂ ਬਾਅਦ ਡਾਊਨ ਆਉਣ ਵਾਲਾ ਡਾਊਨ ਸਟ੍ਰੋਕ ਲਾਈਨ ਤੋਂ ਉੱਪਰ ਲਿਖਾਂਗੇ, ਅਬਵ ਦਾ ਲਾਈਨ ਲਿਖਾਂਗੇ। ਤੇ ਫਸਟ ਪਲੇਸ ਤੇ ਆਪਾਂ ਲਾਈਟ ਡੈਸ਼ ਵਾਵਲ ਲਾਵਾਂਗੇ, ਗॉट। ਨੈਕਸਟ ਵਰਡ ਲੈਂਦੇ ਹਾਂ ਅਸੀਂ ਸ਼ੋਰਟ, ਇਸ਼, ਅ ਤੇ ਡੀ, ਸ਼ੋਰਟ, ਇਸ਼ ਅਬਵ ਦਾ ਲਾਈਨ ਤੇ ਫਿਰ ਅੱਗੇ ਆ ਗਿਆ ਡੀ, ਸ਼ਾਰਟ। ਐਕਚੁਅਲੀ ਇਹਨਾਂ ਵਰਡਾਂ ਦੀ ਕੈਟਾਗਰੀ 'ਚ ਨਹੀਂ ਆਉਂਦਾ ਇਹ, ਹੋਰੀਜੈਂਟਲ ਸਟ੍ਰੋਕ ਨਹੀਂ ਹੈਗਾ। ਸੋ ਨੈਕਸਟ ਵਰਡ ਲੈਂਦੇ ਆ ਮੌਲ, ਐਮ ਔਰ ਐਲ ਦਰਮਿਆਨ ਵੋਵਲ ਹੈਗਾ ਸਾਡੇ ਕੋਲ ਓ, ਤਾਂ ਐਮ ਅਬਵ ਦਾ ਲਾਈਨ। ਜਦੋਂ ਸਟ੍ਰੋਕ ਨਾਲ ਫਸਟ ਪਲੇ ਵੋਵਲ ਹੁੰਦਾ ਹੈ, ਕੋਈ ਵੀ ਸਟ੍ਰੋਕ ਹੋਵੇ, ਚਾਹੇ ਆਪ ਸਟ੍ਰੋਕ ਹੋਵੇ, ਡਾਊਨ ਸਟ੍ਰੋਕ ਹੋਵੇ, ਹੋਰੀਜੈਂਟਲ ਸਟ੍ਰੋਕ ਹੋਵੇ, ਤਾਂ ਉਹ ਅਬਵ ਦਾ ਲਾਈਨ ਲਿਖਿਆ ਜਾਂਦਾ ਹੈ। ਨੈਕਸਟ ਸਟ੍ਰੋਕ ਹੈਗਾ ਐਲ, ਕਿਉਂਕਿ ਫਸਟ ਪਲੇਸ ਵਾਵਲ ਹੀ ਡਿਟਰਮਿਨ ਕਰਦਾ ਹੈ ਕਿ ਤੁਹਾਡਾ ਫਸਟ ਸਟ੍ਰੋਕ ਵਰਡ ਵਿੱਚ ਆਉਣ ਵਾਲਾ ਫਸਟ ਸਟ੍ਰੋਕ ਅਬਵ ਦਾ ਲਾਈਨ ਲਿਖਿਆ ਜਾਏਗਾ। ਇਸ ਤਰ੍ਹਾਂ ਫਿਰ ਉਸ ਵਰਡ ਦੀ ਲਿਖੀ ਜਾਣ ਵਾਲੀ ਆਊਟਲਾਈਨ ਦੀ ਪੋਜੀਸ਼ਨ ਨੂੰ ਅਸੀਂ ਕਹਿੰਦੇ ਹਾਂ ਫਸਟ ਪੋਜੀਸ਼ਨ ਅਬਵ ਦਾ ਲਾਈਨ। ਮੌਲ, ਓ, ਗੁੜੀ ਡੈਸ਼, हैवी डैश वावल, कैरी, के और आर दरम्यान आने वाला ए फस्ट प्लेस वावल, तो अगे है आर, ए लाइट डॉट वावल है, तो आर जड़ा इत्थे अपवर्ड यूज़ करते हैं, तो के तो बाद ए, आर तो बाद ई वावल। स्टूडेंट इस कैटेगरी वर्ड नहीं आता, बट मैं तुहानूं इसलिए दस्सिया कि भी होरीजेंटल स्ट्रोक तो बाद आने वाला अपवर्ड स्ट्रोक किवें लिखना है। मॉक, एम अ वावल ते के, एम तो बाद वावल आ रहा अ ते अगे के, मॉक। तो फस्ट प्लेस वावल अ लाइट डैश, तो स्ट्रोक जोड़ा अबव द लाइन, नैक्सट होरीजेंटल स्ट्रोक भी अबव द लाइन ही रह जाता है। मैनिंग, एम ए वावल एन, फिर अगे ई वावल है, एम एन दरम्यान जोड़ा वावल है ए फस्ट प्लेस वावल होने करके फस्ट प्लेस वावल डिटरमिन करता है कि स्ट्रोक एम अबव द लाइन लिखांगे। तो जोड़ा एम तो बाद आने वाला वावल है दो स्ट्रोक्स दरम्यान विच वो पहले स्ट्रोक की फस्ट प्लेस ते ही लगेगा, एन तो बाद ई भी आ रहा इत्थे। सो स्टूडेंट अगे चलते हैं सैकेंड प्लेस वॉवल्स, सैकेंड पोजीशन ते ये जिहड़े असी वर्ड किते इन्हूं असी फस्ट पोजीशन कहते हैं, इंटरवीनिंग वॉवल्स एंड फस्ट पोजीशन फस्ट अबव द लाइन। तो सैकेंड पोजीशन हुंदी है ऑन द लाइन लिखण दी, जिवें हुण वर्ड लैंदे असीं बेक, बी ए जिहड़ा हैगा साडे कोल सैकेंड प्लेस वाला है, बी और के दरम्यान आ रहा, तो पहला स्ट्रोक बी ऑन द लाइन अगे के। तो जिहड़ा हुण ए वावल है दो स्ट्रोक्स बी और के दरम्यान, वो बी तो बाद सैकेंड प्लेस ते लगेगा। तो इस तरह ही डॉम, डी तो बाद आने वाला ओ वावल हैवी डैश वाला है, तो डी जड़ा फिर अपना ऑन द लाइन लिखे जाएगा, तो अगे एम, क्योंकि सैकेंड प्लेस वावल ही डिटरमिन करता है कि वर्ड में आने वाला पहला स्ट्रोक जिमें डी ये सी बी ऑन द लाइन लिखा जाएगा, तो दो स्ट्रोक्स दरम्यान आने वाला सैकेंड प्लेस वावल पहले स्ट्रोक की सैकेंड प्लेस पर लिखा जाएगा। सो इस तरह वर्ड है टच, टी ते अ वावल ते जे, ये साडे कोल हैगा सैकेंड प्लेस द लाइट डैश वावल, टी ऑन द लाइन, जे टच, डी डेट
ਅੱਗੇ ਵਰਡ ਹੈਗਾ ਡੈਟ, ਡੀ ਤੋਂ ਬਾਅਦ ਐ ਸੈਕਿੰਡ ਪਲੇਸ ਲਾਈਟ ਡਾਟ ਵਾਵਲ ਹੈਗਾ, ਡੀ ਔਨ ਦਾ ਲਾਈਨ ਤੇ ਟੀ, ਡੀ ਤੋਂ ਬਾਅਦ ਲਾਈਟ ਡਾਟ ਵਾਵਲ ਸੈਕਿੰਡ ਪਲੇਸ ਤੇ ਲੱਗ ਜਾਏਗਾ। ਇਸ ਤਰ੍ਹਾਂ ਹੀ ਵਰਡ ਹੈਗਾ ਬੇਲ, ਬੀ ਔਰ ਐਲ ਦਰਮਿਆਨ ਵਿੱਚ ਆਉਣ ਵਾਲਾ ਵਾਵਲ ਹੈਗਾ ਏ, ਤਾਂ ਇਹ ਵਾਵਲ ਹੀ ਡਿਟਰਮਿਨ ਕਰਦਾ ਕਿ ਸਾਡੀ ਜਿਹੜੇ ਵਰਡ ਦੀ ਆਊਟਲਾਈਨ ਦੀ ਪੋਜੀਸ਼ਨ ਕੀ ਹੋਏਗੀ, ਔਨ ਦਾ ਲਾਈਨ। ਮਤਲਬ ਪਹਿਲਾ ਸਟ੍ਰੋਕ ਬੀ ਔਨ ਦਾ ਲਾਈਨ ਲਿਖਾਂਗੇ, ਅੱਗੇ ਐਲ, ਤੇ ਜਿਹੜਾ ਸੈਕਿੰਡ ਪਲੇਸ ਵਾਲਾ ਹੈ ਬੀ ਤੋਂ ਬਾਅਦ, ਬੀ ਔਰ ਐਲ ਦੇ ਦਰਮਿਆਨ ਆ ਰਿਹਾ, ਬੀ ਤੋਂ ਬਾਅਦ ਸੈਕਿੰਡ ਪਲੇਸ ਤੇ ਲਾਵਾਂਗੇ ਬੇਲ। ਫੈਲ, ਐਫ ਤੋਂ ਬਾਅਦ ਕਿਆ ਵਾਲਾ ਹੈ ਐਫ ਔਨ ਦਾ ਲਾਈਨ ਤੇ ਅੱਗੇ ਐਲ। ਤੋ ਸੋ ਸਟੂਡੈਂਟ ਤੁਹਾਨੂੰ ਐਲ ਬਾਰੇ ਹਾਲੇ ਅਸੀਂ ਡਾਊਨਵਰਡ ਬਾਰੇ ਦੱਸਿਆ ਨਹੀਂ, ਅਗਲੇ ਚੈਪਟਰਾਂ ਵਿੱਚ ਆਏਗਾ, ਤੇ ਐਲ ਡਾਊਨਵਰਡ ਵੀ ਲਿਖਿਆ ਜਾ ਸਕਦਾ ਜਾਂ ਅਪਵਰਡ ਤਾਂ ਹੈਗਾ ਹੀ ਹੈ। ਸੋ ਇੱਥੇ ਅਸੀਂ ਐਲ ਅਪਵਰਡ ਇੱਦਾਂ ਲਿਖਾਂਗੇ, ਡਾਊਨਵਰਡ ਵੀ ਲਿਖ ਸਕਦੇ ਹਾਂ। ਸੋ ਸਟੂਡੈਂਟ ਨੈਕਸਟ ਵਰਡ ਲੈਂਦੇ ਹਾਂ ਲੇਡ, ਐਲ ਤੋਂ ਬਾਅਦ ਹੁਣ ਸਾਡੇ ਕੋਲ ਐਲ ਔਰ ਡੀ ਦਰਮਿਆਨ ਏ ਵਾਵਲ ਆ ਰਿਹਾ, ਐਲ ਔਨ ਦਾ ਲਾਈਨ ਤੇ ਡੀ, ਏ ਵਾਵਲ ਐਲ ਦੀ ਸੈਕਿੰਡ ਪਲੇਸ ਤੇ ਲੱਗੇਗਾ। ਇਹ ਸੈਕਿੰਡ ਪਲੇਸ ਵਾਵਲ ਹੀ ਡਿਟਰਮਿਨ ਕਰਦਾ ਹੈ ਇਸ ਪੂਰੀ ਆਊਟਲਾਈਨ ਦੀ ਪੋਜੀਸ਼ਨ, ਕਿ ਵੀ ਪਹਿਲਾ ਸਟ੍ਰੋਕ ਜਿਹੜਾ ਐਲ ਔਨ ਦਾ ਲਾਈਨ ਲਿਖਿਆ ਜਾਏਗਾ। ਲੈਟ, ਐਲ ਔਰ ਡੀ ਦਰਮਿਆਨ ਵਾਵਲ ਆ ਰਿਹਾ ਸਾਡੇ ਕੋਲ ਲਾਈਟ ਡਾਟ ਵਾਵਲ, ਐਲ ਔਨ ਦਾ ਲਾਈਨ ਤੇ ਡੀ, ਤੇ ਐਲ ਤੋਂ ਬਾਅਦ ਆਉਣ ਵਾਲਾ ਸੈਕਿੰਡ ਪਲੇਸ ਵਾਲਾ ਐਲ ਡੀ ਦਰਮਿਆਨ, ਉਹ ਐਲ ਦੀ ਬਿਫੋਰ ਸਾਈਡ ਦੀ ਸੈਕਿੰਡ ਪਲੇਸ ਤੇ ਲੱਗ ਜਾਏਗਾ। ਤੇ ਇਸ ਤਰ੍ਹਾਂ ਅੱਗੇ ਵਰਡ ਲੈਂਦੇ ਹਾਂ ਰੋਂਗ, ਆਰ ਤੋਂ ਬਾਅਦ ਓ ਤੇ ਇੰਗ, ਆਰ ਓ ਵਾਵਲ ਤੇ ਅੰਗ, ਡਬਲਯੂ ਵਿੱਚ ਸਾਇਲੈਂਟ ਹੈ, ਜੋ ਬੋਲਣ 'ਚ ਹੀ ਨਹੀਂ ਆਉਂਦਾ ਉਹ ਲਿਖਣ 'ਚ ਆਊਟਲਾਈਨ 'ਚ ਬਣਾਉਣ ਲੱਗਿਆ ਨਹੀਂ ਯੂਜ਼ ਕੀਤਾ ਜਾਂਦਾ। ਸਾਡੇ ਕੋਲ ਸਾਊਂਡ ਆ ਰਹੀ ਹੈ ਆਰ ਓ ਔਰ ਅੰਗ, ਆਰ ਔਨ ਦਾ ਲਾਈਨ ਤੇ ਇੰਗ, ਆਰ ਤੋਂ ਬਾਅਦ ਸੈਕਿੰਡ ਪਲੇਸ ਤੇ, ਆਰ ਇੰਗ ਦਰਮਿਆਨ ਆਉਣ ਵਾਲਾ ਸੈਕਿੰਡ ਪਲੇਸ ਪਹਿਲੇ ਵਾਵਲ ਪਹਿਲੇ ਸਟ੍ਰੋਕ ਦੀ ਸੈਕਿੰਡ ਪਲੇਸ ਤੇ ਲੱਗੇਗਾ। ਲੈਗ, ਐਲ ਤੇ ਗੇ, ਐਲ ਗੇ ਦੇ ਦਰਮਿਆਨ ਆਉਣ ਵਾਲਾ ਸੈਕਿੰਡ ਪਲੇਸ ਵਾਵਲ ਸੀ ਸਾਡੇ ਕੋਲ ਐ। ਸੈਕਿੰਡ ਪਲੇਸ ਵਾਵਲ ਡਿਟਰਮਿਨ ਕਰਦਾ ਕਿ ਫਸਟ ਸਟ੍ਰੋਕ ਵਰਡ ਦੇ ਵਿੱਚ ਆਉਣ ਵਾਲਾ ਔਨ ਦਾ ਲਾਈਨ ਲਿਖਿਆ ਜਾਏਗਾ, ਤੇ ਇਸ ਤਰ੍ਹਾਂ ਇਹ ਇਸ ਪੂਰੇ ਵਰਡ ਦੀ ਆਊਟਲਾਈਨ ਜਿਹੜੀ ਹੈ ਉਹਦੀ ਪੋਜੀਸ਼ਨ ਕੀ ਹੋਏਗੀ, ਔਨ ਦਾ ਲਾਈਨ। ਸੋ ਐਲ ਗੇ ਦਰਮਿਆਨ ਆਉਣ ਵਾਲਾ ਸੈਕਿੰਡ ਪਲੇਸ ਦਾ ਪਹਿਲਾ ਸਟ੍ਰੋਕ ਹੈਗਾ ਐਲ, ਐਲ ਦੀ ਸੈਕਿੰਡ ਪਲੇਸ ਤੇ ਲੱਗ ਜਾਏਗਾ। ਅੱਗੇ ਹੋਰੀਜੈਂਟਲ ਸਟ੍ਰੋਕ ਦੇ ਵਿੱਚ ਜਿਵੇਂ ਵਰਡ ਹੈਗਾ ਸਾਡੇ ਕੋਲ ਗੇਟ, ਹੋਰੀਜੈਂਟਲ ਸਟ੍ਰੋਕ ਤੇ ਡਾਊਨ ਸਟ੍ਰੋਕ ਦਰਮਿਆਨ ਆਉਣ ਵਾਲਾ ਸੈਕਿੰਡ ਪਲੇਸ ਵਾਵਲ ਹੈ। ਜਦੋਂ ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਸੈਕਿੰਡ ਪਲੇਸ ਵਾਵਲ ਆਉਂਦਾ ਹੈ ਤਾਂ ਸਾਡੇ ਜਿਹੜਾ ਨੈਕਸਟ ਡਾਊਨ ਸਟ੍ਰੋਕ ਹੈ ਉਹ ਲਾਈਨ ਤੇ ਲਿਖਿਆ ਜਾਂਦਾ ਹੈ। ਸਟੂਡੈਂਟ ਹੋਰੀਜੈਂਟਲ ਸਟ੍ਰੋਕਸ ਦੀ ਥੋੜ੍ਹੀ ਪੋਜੀਸ਼ਨ ਇਸ ਤਰ੍ਹਾਂ ਦੀ ਹੈ, ਤੁਸੀਂ ਦੇਖੋ ਇੱਥੇ ਜਦ ਫਸਟ ਪਲੇਸ ਵਾਵਲ ਸੀ ਤਾਂ ਡਾਊਨ ਸਟ੍ਰੋਕ ਲਾਈਨ ਤੋਂ ਉੱਪਰ ਸੀ ਅਬਵ ਦਾ ਲਾਈਨ, ਤੇ ਜਦੋਂ ਸੈਕਿੰਡ ਪਲੇਸ ਵਾਵਲ ਆਇਆ ਅੱਗੇ ਡਾਊਨ ਸਟ੍ਰੋਕ ਸੀ ਤਾਂ ਔਨ ਦਾ ਲਾਈਨ। ਜਦੋਂ ਥਰਡ ਪਲੇਸ ਵਾਵਲ ਹੈਗਾ ਜਿਵੇਂ ਕਿ ਕੀਡ, ਤਾਂ ਸਟ੍ਰੋਕ ਨੈਕਸਟ ਡਾਊਨ ਸਟ੍ਰੋਕ ਲਾਈਨ ਨੂੰ ਕੱਟ ਕੇ ਲਿਖਿਆ ਜਾਏਗਾ, ਕੀਡ। ਸੋ ਨੈਕਸਟ ਵਰਡ ਲੈਂਦੇ ਹਾਂ ਕੋਡ, ਕੇ ਓ ਵਾਵਲ ਤੇ ਡੀ, ਉਹ ਸਾਡੇ ਕੋਲ ਸੈਕਿੰਡ ਪਲੇਸ ਹੈਵੀ ਡੈਸ਼ ਵਾਵਲ ਹੈ, ਤੇ ਸਟ੍ਰੋਕ ਕੇ ਜਿਹੜਾ ਹੈਗਾ ਉਸ ਤੋਂ ਅੱਗੇ ਆਉਣ ਵਾਲਾ ਡਾਊਨ ਸਟ੍ਰੋਕ ਲਾਈਨ ਤੇ ਲਿਖਾਂਗੇ, ਤੇ ਇਸ ਤਰ੍ਹਾਂ ਸਾਡੇ ਵਰਡ ਦੀ ਆਊਟਲਾਈਨ ਦੀ ਪੋਜੀਸ਼ਨ ਕੀ ਹੋਏਗੀ, ਔਨ ਦਾ ਲਾਈਨ। ਜਿਹੜਾ ਵਿੱਚ ਉਹ ਵਾਵਲ ਆ ਰਿਹਾ ਉਹ ਸੈਕਿੰਡ ਪਲੇਸ ਤੇ ਕੇ ਦੇ ਲੱਗੇਗਾ। ਇਹੀ ਡਿਟਰਮਿਨ ਕਰਦਾ ਹੈ ਕਿ ਸਾਡਾ ਜਿਹੜਾ ਫਸਟ ਸਟ੍ਰੋਕ ਵਰਡ ਦੇ ਵਿੱਚ ਕੇ ਹੈ, ਫਿਰ ਅੱਗੇ ਡੀ ਹੈ। ਕੇ ਜਿਹੜਾ ਹੈ ਉਸ ਤੋਂ ਅੱਗੇ ਆਉਣ ਵਾਲਾ, ਜੇ ਉਹ ਹੋਰੀਜੈਂਟਲ ਸਟ੍ਰੋਕ ਹੈ ਤਾਂ ਉਸ ਤੋਂ ਅੱਗੇ ਆਉਣ ਵਾਲਾ ਡਾਊਨ ਸਟ੍ਰੋਕ ਲਾਈਨ ਤੇ ਲਿਖਾਂਗੇ। ਸਟੂਡੈਂਟ ਅੱਗੇ ਨੈਕਸਟ ਵਰਡ ਲੈਂਦੇ ਹਾਂ ਅਸੀਂ ਮੈਟ, ਇਹਦੇ ਵਿੱਚ ਐਮ ਟੀ ਦਰਮਿਆਨ ਸੈਕਿੰਡ ਪਲੇਸ ਵਾਵਲ ਹੈ, ਤਾਂ ਅਗਲਾ ਡਾਊਨ ਸਟ੍ਰੋਕ ਟੀ ਔਨ ਦਾ ਲਾਈਨ ਲਿਖਾਂਗੇ, ਤੇ ਐਮ ਤੋਂ ਬਾਅਦ ਸੈਕਿੰਡ ਪਲੇਸ ਤੇ ਵਾਵਲ ਲੱਗ ਜਾਏਗਾ। ਮੇਲ, ਐਮ ਤੋਂ ਬਾਅਦ ਏ ਵਾਵਲ ਤੇ ਅੱਗੇ ਐਲ, ਜਦੋਂ ਅਪ ਸਟ੍ਰੋਕ ਹੋਵੇ ਤਾਂ ਹੋਰੀਜੈਂਟਲ ਸਟ੍ਰੋਕ ਲਾਈਨ ਤੇ ਹੀ ਲਿਖ ਲੈਂਦੇ ਹਾਂ ਅਸੀਂ, ਜਦੋਂ ਹੋਰੀਜੈਂਟਲ ਸਟ੍ਰੋਕ ਤੇ ਅਪ ਸਟ੍ਰੋਕ ਦਰਮਿਆਨ ਸੈਕਿੰਡ ਪਲੇਸ ਵਾਵਲ ਹੋਵੇ, ਤੇ ਸੈਕਿੰਡ ਪਲੇਸ ਵਾਵਲ
ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਸੈਕਿੰਡ ਪਲੇਸ ਤੇ ਹੀ ਲੱਗ ਜਾਏਗਾ ਤੇ ਸਾਡੇ ਵਰਡ ਦੀ ਪੋਜੀਸ਼ਨ ਕੀ ਹੋਏਗੀ, ਔਨ ਦ ਲਾਈਨ। ਸੋ ਸਟੂਡੈਂਟ ਨੈਕਸਟ ਵਰਡ ਲੈਂਦੇ ਅਸੀਂ ਗੱਲ। ਗੇ ਵਾਵਲ ਸੈਕਿੰਡ ਪਲੇਸ ਦਾ, ਲਾਈਟ ਡੈਸ਼ ਵਾਵਲ, ਤੇ ਇਹਦੇ ਵਿੱਚ ਕੀ ਹੈ, ਗੇ ਤੋਂ ਬਾਅਦ ਐਲ, ਤਾਂ ਫਿਰ ਅਸੀਂ ਗੇ ਔਨ ਦਾ ਲਾਈਨ ਹੀ ਲਿਖਾਂਗੇ, ਬਟ ਅੱਗੇ ਐਲ ਜੋੜ ਦਾਂਗੇ। ਗੇ ਤੋਂ ਬਾਅਦ ਆਉਣ ਵਾਲਾ ਸੈਕਿੰਡ ਪਲੇਸ ਗੇ ਦੇ ਨਾਲ ਸੈਕਿੰਡ ਪਲੇਸ 'ਤੇ ਹੀ ਲੱਗੇਗਾ, ਅਤੇ ਦੋ ਸਟ੍ਰੋਕਸ ਦਰਮਿਆਨ ਆਉਣ ਵਾਲਾ ਵਾਵਲ ਪਹਿਲੇ ਸਟ੍ਰੋਕ ਦੀ ਗੇ ਦੀ ਸੈਕਿੰਡ ਪਲੇਸ 'ਤੇ ਹੀ ਲੱਗੇਗਾ, ਅਤੇ ਇਸ ਦਾ ਵਰਡ ਦੀ ਆਊਟਲਾਈਨ ਜਿਹੜੀ ਹੈ ਉਹਦੀ ਪੋਜੀਸ਼ਨ ਹੋਏਗੀ ਔਨ ਦਾ ਲਾਈਨ। ਕੇਕ, ਜਦੋਂ ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਹੋਰੀਜੈਂਟਲ ਸਟ੍ਰੋਕ ਹੀ ਆਏਗਾ ਤਾਂ ਫਿਰ ਹੋਰੀਜੈਂਟਲ ਸਟ੍ਰੋਕ ਔਨ ਦਾ ਲਾਈਨ ਤਾਂ ਲਿਖਾਂਗੇ ਹੀ, ਅਗਲਾ ਸਟ੍ਰੋਕ ਵੀ ਲਾਈਨ 'ਤੇ ਹੀ ਰਹਿ ਜਾਏਗਾ, ਆਟੋਮੈਟਿਕਲੀ ਰਹਿ ਜਾਏਗਾ। ਜਦੋਂ ਫਸਟ ਪਲੇਸ ਆਇਆ ਸੀ ਅਤੇ ਅੱਗੇ ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਫਿਰ ਹੋਰੀਜੈਂਟਲ ਸਟ੍ਰੋਕ ਸੀ ਤਾਂ ਅਬਵ ਦਾ ਲਾਈਨ ਲਿਖਿਆ ਸੀ, ਅਤੇ ਪੋਜੀਸ਼ਨ ਇਹ ਸੀ ਫਸਟ ਪਲੇਸ ਅਬਵ ਦਾ ਲਾਈਨ, ਔਨ ਦਾ ਲਾਈਨ। ਸਟੂਡੈਂਟ ਜਦੋਂ ਥਰਡ ਪਲੇਸ ਵਾਵਲ ਹੋਏਗਾ, ਜਿਵੇਂ ਮੀਕ, ਤਾਂ ਦੋ ਸਟ੍ਰੋਕਸ ਦਰਮਿਆਨ ਵਾਵਲ ਆ ਰਿਹਾ ਸਾਡੇ ਕੋਲ ਕੇ ਔਰ ਐਮ ਦਰਮਿਆਨ ਈ, ਤਾਂ ਐਮ ਔਨ ਦਾ ਲਾਈਨ ਹੀ ਲਿਖਿਆ ਜਾਏਗਾ। ਇਹ ਸਟੂਡੈਂਟ ਪਿਛਲੇ ਚੈਪਟਰ ਵਿੱਚ ਦੀ ਵਾਵਲ ਵਿੱਚ ਇਹ ਦੱਸਿਆ ਸੀ ਕਿ ਵੀ ਹੋਰੀਜੈਂਟਲ ਸਟ੍ਰੋਕ ਥਰਡ ਪਲੇਸ ਵਾਵਲ ਆਉਣ ਦੀ ਹਾਲ ਜਦੋਂ ਹੁੰਦਾ ਕੰਡੀਸ਼ਨ ਵਿੱਚ, ਤਾਂ ਉਹ ਹਮੇਸ਼ਾ ਔਨ ਦਾ ਲਾਈਨ ਹੀ ਲਿਖਿਆ ਜਾਂਦਾ ਹੈ, ਕੱਟ ਕੇ ਨਹੀਂ ਲਿਖਿਆ ਜਾਂਦਾ। ਥਰਡ ਪਲੇਸ ਵਾਵਲ ਨੈਕਸਟ ਸਟ੍ਰੋਕ ਦੀ ਬਿਫੋਰ ਸਾਈਡ 'ਤੇ ਥਰਡ ਪਲੇਸ 'ਤੇ ਲੱਗੇਗਾ। ਅਤੇ ਇਸੇ ਤਰ੍ਹਾਂ ਹੀ ਕੌਮ। ਸੋ ਇਸ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਥਰਡ ਪਲੇਸ ਵਾਵਲ, ਥਰਡ ਪੋਜੀਸ਼ਨ ਵਾਲੀ ਆਊਟਲਾਈਨ ਜਿਨ੍ਹਾਂ ਦੀ ਬਣੇਗੀ, ਉਹ ਵਾਲੇ ਵਰਡ ਅਸੀਂ ਚੁੱਕਦੇ ਹਾਂ। ਡੀਮ, ਡੀ ਔਰ ਐਮ ਦੇ ਦਰਮਿਆਨ ਥਰਡ ਪਲੇਸ ਵਾਵਲ ਹੈ ਸਾਡੇ ਕੋਲ ਡੀ। ਇਹ ਥਰਡ ਪਲੇਸ ਵਾਵਲ ਹੀ ਡਿਟਰਮਿਨ ਕਰਦਾ ਹੈ ਕਿ ਫਸਟ ਸਟ੍ਰੋਕ ਵਰਡ ਦੇ ਵਿੱਚ ਡੀ ਐਮ, ਇਹਦੇ ਫਸਟ ਸਟ੍ਰੋਕ ਡੀ ਹੈ ਕਿ ਥਰੂ ਦਾ ਲਾਈਨ ਲਿਖਿਆ ਜਾਏਗਾ, ਅਤੇ ਜਿਹੜਾ ਵਾਵਲ ਹੈ ਥਰਡ ਪਲੇਸ ਉਹ ਅਗਲੇ ਸਟ੍ਰੋਕ ਦੀ ਬਿਫੋਰ ਸਾਈਡ 'ਤੇ ਲੱਗੇਗਾ। ਡੀਮ, ਰੋਮ, ਆਰ ਊ ਅਤੇ ਐਮ, ਤਾਂ ਆਰ ਥਰੂ ਦਾ ਲਾਈਨ ਅਤੇ ਐਮ ਆਉਣ ਵਾਲਾ ਵਾਵਲ ਊ। ਨੈਕਸਟ ਸਟ੍ਰੋਕ ਕੀ ਹੈ, ਹੋਰੀਜੈਂਟਲ ਸਟ੍ਰੋਕ ਹੈ ਭਾਵੇਂ ਕੋਈ ਵੀ ਹੋਵੇ, ਤਾਂ ਚਾਹੇ ਡਾਊਨ ਸਟ੍ਰੋਕ ਹੋਵੇ ਚਾਹੇ ਅਪ ਸਟ੍ਰੋਕ ਹੋਵੇ, ਵਾਵਲ ਜਿਹੜਾ ਹੈ ਅਗਲੇ ਸਟ੍ਰੋਕ ਦੀ ਬਿਫੋਰ ਸਾਈਡ 'ਤੇ ਥਰਡ ਪਲੇਸ 'ਤੇ ਹੀ ਲੱਗੇਗਾ। ਫੂਡ, ਇਹਦੇ ਵਿੱਚ ਐਫ ਔਰ ਡੀ ਦਰਮਿਆਨ ਥਰਡ ਪਲੇਸ ਵਾਵਲ ਊ, ਤਾਂ ਫਸਟ ਵਾਵਲ ਊ ਦੇ ਅਕੋਰਡਿੰਗ ਫਸਟ ਸਟ੍ਰੋਕ ਐਫ ਥਰੂ ਦਾ ਲਾਈਨ, ਅੱਗੇ ਡੀ, ਅਤੇ ਜਿਹੜਾ ਥਰਡ ਪਲੇਸ ਵਾਵਲ ਆ ਉਹ ਨੈਕਸਟ ਸਟ੍ਰੋਕ ਡੀ ਦੀ ਬਿਫੋਰ ਸਾਈਡ 'ਤੇ ਥਰਡ ਪਲੇਸ 'ਤੇ ਲੱਗੇਗਾ। ਸੋ ਸਟੂਡੈਂਟ ਨੈਕਸਟ ਵਰਡ ਲੈਂਦੇ ਅਸੀਂ ਪੁਸ਼। ਪੀ ਔਰ ਇਸ਼ ਦੇ ਦਰਮਿਆਨ ਸਾਡੇ ਕੋਲ ਥਰਡ ਪਲੇਸ ਵਾਵਲ ਊ, ਲਾਈਟ ਸਾਊਂਡਡ ਵਾਵਲ ਊ, ਪੁਸ਼, ਤਾਂ ਪੀ ਥਰੂ ਦਾ ਲਾਈਨ ਇਸ਼, ਅਤੇ ਜਿਹੜਾ ਥਰਡ ਪਲੇਸ ਵਾਵਲ ਹੈ ਉਹ ਇਸ਼ ਤੋਂ ਪਹਿਲਾਂ ਥਰਡ ਪਲੇਸ 'ਤੇ ਲੱਗੇਗਾ, ਪੁਸ਼, ਅਤੇ ਇਹ ਸਾਡੀ ਥਰਡ ਪੋਜੀਸ਼ਨ ਹੋਏਗੀ ਸਟ੍ਰੋਕ ਦੀ ਥਰੂ ਦਾ ਲਾਈਨ, ਸਟ੍ਰੋਕ ਦੀ ਵਰਡ ਦੀ ਆਊਟਲਾਈਨ ਦੀ। ਸੋ ਨੈਕਸਟ ਵਰਡ ਹੈਗਾ ਜੀ ਸਾਡੇ ਕੋਲ ਪੀਲ, ਪੀ ਥਰੂ ਦਾ ਲਾਈਨ, ਅੱਗੇ ਐਲ, ਥਰਡ ਪਲੇਸ ਵਾਵਲ ਜਿਹੜਾ ਉਹ ਨੈਕਸਟ ਸਟ੍ਰੋਕ ਹੈ ਐਲ ਦੀ ਬਿਫੋਰ ਸਾਈਡ। ਇਸ ਤਰ੍ਹਾਂ ਹੀ ਚਿੱਲ, ਥਰਡ ਪਲੇਸ ਵਾਵਲ ਚੇ ਔਰ ਐਲ ਦਰਮਿਆਨ ਇਹ ਲਾਈਟ ਡਾਟ ਵਾਵਲ, ਤਾਂ ਚੇ ਥਰੂ ਦਾ ਲਾਈਨ, ਕਿਉਂਕਿ ਵਾਵਲ ਡਿਟਰਮਿਨ ਕਰਦਾ ਹੈ ਕਿ ਵੀ ਸਾਡਾ ਜਿਹੜਾ ਫਸਟ ਸਟ੍ਰੋਕ ਚੇ ਥਰੂ ਦਾ ਲਾਈਨ ਲਿਖਿਆ ਜਾਏਗਾ, ਅਤੇ ਜਿਹੜਾ ਥਰਡ ਪਲੇਸ ਵਾਲਾ ਐਲ ਅਗਲੇ ਉਹਦੀ ਬਿਫੋਰ ਸਾਈਡ 'ਤੇ ਥਰਡ ਪਲੇਸ 'ਤੇ ਲੱਗੇਗਾ, ਅਤੇ ਥਰਡ ਪੋਜੀਸ਼ਨ ਹੋ ਜਾਏਗੀ ਵਰਡ ਦੀ ਆਊਟਲਾਈਨ ਦੀ ਥਰੂ ਦਾ ਲਾਈਨ। ਸੋ ਹੁਣ ਇੱਥੇ ਲੈਂਦੇ ਹਾਂ ਨੈਕਸਟ ਵਰਡ ਲੀਡ। ਇਸ ਵਰਡ ਦੇ ਵਿੱਚ ਦੇਖੀਏ ਤਾਂ ਐਲ ਡੀ ਦਰਮਿਆਨ ਈ ਵਾਵਲ ਹੈ ਥਰਡ ਪਲੇਸ, ਐਲ ਥਰੂ ਦਾ ਲਾਈਨ, ਅੱਗੇ ਡੀ ਸਟ੍ਰੋਕ ਹੈ, ਅਤੇ ਜਿਹੜਾ ਥਰਡ ਪਲੇਸ ਵਾਵਲ ਈ ਸੀ ਉਹ ਡਿਟਰਮਿਨ ਕਰਦਾ ਹੈ ਕਿ ਵੀ ਐਲ ਸਾਡਾ ਥਰੂ ਦਾ ਲਾਈਨ ਲਿਖਿਆ ਜਾਏਗਾ, ਅਤੇ ਥਰਡ ਪਲੇਸ ਵਾਵਲ ਦੂਜੇ ਸਟ੍ਰੋਕ ਦੀ ਬਿਫੋਰ ਸਾਈਡ 'ਤੇ ਥਰਡ ਪਲੇਸ 'ਤੇ ਲੱਗੇਗਾ, ਲੀਡ। ਸੋ ਸਟੂਡੈਂਟ ਇਸ ਤਰ੍ਹਾਂ ਜਿਹੜਾ ਰੇਜ਼ ਨਹੀਂ ਯੂਜ਼ ਕਰ ਸਕਦੇ ਸੀ, ਬਟ ਮੈਂ ਤੁਹਾਨੂੰ ਦੱਸ ਰਿਹਾ ਤਾਂ ਥੋੜ੍ਹਾ ਜਿਹਾ ਮੈਨੂੰ ਯੂਜ਼ ਕਰਨੀ ਪਈ ਲੀਡ। ਅਤੇ ਇਸ ਤਰ੍ਹਾਂ ਵਰਡ ਹੈਗਾ ਸਾਡੇ ਕੋਲ ਲੂਪ,
ਊ ਵਾਵਲ ਜਿਹੜਾ ਸੀਗਾ ਪੀ ਤੋਂ ਪਹਿਲਾਂ ਲੱਗਿਆ ਥਰਡ ਪਲੇਸ। ਲੀਕ ਹੁਣ ਇਹ ਪਹਿਲੇ ਸਟ੍ਰੋਕ ਤੋਂ ਬਾਅਦ ਥਰਡ ਪਲੇਸ ਵਾਵਲ, ਅਗਲਾ ਸਟ੍ਰੋਕ ਕੇ, 2 ਸਟ੍ਰੋਕਸ ਦਰਮਿਆਨ ਥਰਡ ਪਲੇਸ, ਕੇ ਤੋਂ ਪਹਿਲਾਂ ਈ ਲੱਗ ਜਾਏਗਾ ਇਹ ਜਿਹੜਾ ਵਾਵਲ ਹੈ। ਤੇ ਇਸ ਤਰ੍ਹਾਂ ਵਰਡ ਹੈਗਾ ਲਿਕ, ਲਾਈਟ ਸਾਊਂਡਡ ਵਾਵਲ ਇੱਕ, ਲਾਈਟ ਡਾਟ, ਲਿਕ ਥਰਡ ਪਲੇਸ ਐਲ ਔਰ ਕੇ ਦੇ ਦਰਮਿਆਨ ਹੈ, ਕੇ ਤੋਂ ਬਿਫੋਰ ਸਾਈਡ ਤੇ ਥਰਡ ਪਲੇਸ ਤੇ ਲਾਈਟ ਸਾਊਂਡਡ ਵਾਵਲ ਲੱਗ ਜਾਏਗਾ, ਲਾਈਟ ਡਾਟ ਵਾਲਾ। ਤੇ ਕੀਡ ਇਸ ਤਰ੍ਹਾਂ ਜਦੋਂ ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਥਰਡ ਪਲੇਸ ਵਾਲਾ ਹੋਏ ਤਾਂ ਨੈਕਸਟ ਡਾਊਨ ਸਟ੍ਰੋਕ ਜਿਹੜਾ ਵੀ ਹੋਏਗਾ ਉਹ ਥਰੂ ਦਾ ਲਾਈਨ ਲਿਖਿਆ ਜਾਏਗਾ, ਕਿਉਂਕਿ ਹੋਰੀਜੈਂਟਲ ਸਟ੍ਰੋਕ ਜਿਹੜਾ ਉਹ ਥਰੂ ਦਾ ਲਾਈਨ ਨਹੀਂ ਲਿਖਿਆ ਜਾਂਦਾ। ਤੇ ਜਿਹੜਾ ਵੋਵਲ ਹੈ ਈ, ਕੇ ਔਰ ਡੀ ਦਰਮਿਆਨ, ਉਹਨੂੰ ਆਪਾਂ ਥਰਡ ਪਲੇਸ ਤੇ ਬਿਫੋਰ ਸਾਈਡ ਤੇ ਲਾਵਾਂਗੇ ਡੀ ਦੀ, ਕੀਡ। ਸੋ ਨੈਕਸਟ ਵਰਡ ਲੈਂਦੇ ਕਿਡ, ਕੇ ਔਰ ਡੀ ਦਰਮਿਆਨ ਇੱਕ ਥਰਡ ਪਲੇਸ ਵਾਵਲ ਹੈ, ਲਾਈਟ ਸਾਊਂਡਡ ਵਾਵਲ ਹੈ, ਲਾਈਟ ਡਾਟ ਵਾਵਲ ਹੈ ਥਰਡ ਪਲੇਸ, ਤਾਂ ਇਹਨੂੰ ਆਪਾਂ ਡੀ ਤੋਂ ਬਿਫੋਰ ਸਾਈਡ ਤੇ ਥਰਡ ਪਲੇਸ ਤੇ ਲਾਵਾਂਗੇ ਲਾਈਟ ਡਾਟ ਵਾਵਲ। ਤੇ ਗਿੱਡੀ ਇੱਥੇ ਗੇ ਔਰ ਡੀ ਦੇ ਦਰਮਿਆਨ ਈ ਵਾਵਲ ਹੈ, ਡੀ ਤੋਂ ਬਾਅਦ ਜਿਹੜਾ ਰਿਹਾ ਉਹ ਡੀ ਤੋਂ ਬਾਅਦ ਲੱਗੇਗਾ ਗਿੱਡੀ। ਤਾਂ ਫਿਰ ਹੁਣ ਜਦੋਂ ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਥਰਡ ਪਲੇਸ ਵਾਵਲ ਹੋਏ ਤਾਂ ਉਸ ਤੋਂ ਅਗਲਾ ਆਉਣ ਵਾਲਾ ਡਾਊਨ ਸਟ੍ਰੋਕ ਲਾਈਨ ਥਰੂ ਦਾ ਲਾਈਨ ਲਿਖਦੇ ਹਾਂ ਆਪਾਂ ਗਿੱਡੀ। ਤੇ ਡੀ ਤੋਂ ਬਿਫੋਰ ਸਾਈਡ ਥਰਡ ਪਲੇਸ ਤੇ ਲੱਗੇਗਾ, ਡੀ ਤੋਂ ਬਾਅਦ ਗੂੜੀ ਡੈਸ਼ ਬਿੰਦੀ ਵਾਲਾ ਵਾਵਲ, ਹੈਵੀ ਡਾਟ ਵਾਵਲ ਲੱਗੇਗਾ ਗਿੱਡੀ। ਤੇ ਨੈਕਸਟ ਵਰਡ ਲੈਂਦੇ ਹਾਂ ਜੀ ਮੀਲ। ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਅਗਰ ਅਪ ਸਟ੍ਰੋਕ ਹੋਵੇ ਫਿਰ ਪੋਜੀਸ਼ਨ ਇਹ ਹੋ ਜਾਂਦੀ ਹੈ। ਫਸਟ ਪੋਜੀਸ਼ਨ ਸੀ ਜਦੋਂ ਹੋਰੀਜੈਂਟਲ ਸਟ੍ਰੋਕ ਅਬਵ ਦਾ ਲਾਈਨ ਲਿਖਿਆ ਸੀ, ਅਪ ਸਟ੍ਰੋਕ ਤਾਂ ਅਪ ਸਟ੍ਰੋਕ ਚਲਾ ਗਿਆ। ਸੈਕਿੰਡ ਪਲੇਸ ਤੇ ਲਿਖਿਆ ਜਦੋਂ ਐਮ ਏ ਵਾਵਲ ਆ ਰਹੀ ਸੈਕਿੰਡ ਪਲੇਸ, ਤਾਂ ਅਪ ਸਟ੍ਰੋਕ ਫਿਰ ਉੱਪਰ ਚਲਾ ਗਿਆ। ਜਦੋਂ ਹੁਣ ਥਰਡ ਪਲੇਸ ਵਾਵਲ ਹੋਵੇ ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਵਿੱਚ ਵਾਵਲ ਥਰਡ ਪਲੇਸ ਹੋਵੇ ਤਾਂ ਹੋਰੀਜੈਂਟਲ ਸਟ੍ਰੋਕ ਤੋਂ ਅਗਲਾ ਸਟ੍ਰੋਕ ਜਿਹੜਾ ਐਲ ਹੈ ਉਹ ਥਰੂ ਦਾ ਲਾਈਨ ਲਿਖਿਆ ਜਾਏਗਾ, ਜਿਵੇਂ ਅਬਵ ਦਾ ਲਾਈਨ, ਔਨ ਦਾ ਲਾਈਨ, ਥਰੂ ਦਾ ਲਾਈਨ। ਥਰਡ ਪਲੇਸ ਵਾਵਲ ਉਸੇ ਤਰ੍ਹਾਂ ਹੀ ਐਲ ਦੀ ਬਿਫੋਰ ਸਾਈਡ ਤੇ ਥਰਡ ਪਲੇਸ ਤੇ ਲੱਗ ਜਾਏਗਾ। ਇੱਦਾਂ ਹੀ ਕੂਲ ਹੈ ਵਰਡ, ਕੇ ਔਰ ਐਲ ਦਰਮਿਆਨ ਥਰਡ ਪਲੇਸ ਵਾਵਲ, ਕੇ ਤੋਂ ਅਗਲਾ ਸਟ੍ਰੋਕ ਅਪ ਸਟ੍ਰੋਕ ਜਿਹੜਾ ਲਾਈਨ ਨੂੰ ਕੱਟ ਕੇ ਯਾਨੀ ਕਿ ਲਿਖਿਆ ਜਾਏਗਾ। ਤਾਂ ਜਿਹੜਾ ਥਰਡ ਪਲੇਸ ਵਾਵਲ ਹੈ ਉਹ ਐਲ ਤੋਂ ਪਹਿਲਾਂ ਥਰਡ ਪਲੇਸ ਤੇ ਲੱਗ ਜਾਏਗਾ ਕੂਲ। ਮੀਕ ਜਦੋਂ ਹੋਰੀਜੈਂਟਲ ਸਟ੍ਰੋਕ ਤੋਂ ਬਾਅਦ ਹੋਰੀਜੈਂਟਲ ਸਟ੍ਰੋਕ ਹੈ ਫਸਟ ਪਲੇਸ ਵਾਵਲ ਹੈ ਤਾਂ ਹੋਰੀਜੈਂਟਲ ਸਟ੍ਰੋਕ ਅਬਵ ਦਾ ਲਾਈਨ ਲਿਖਦੇ ਹਾਂ। ਤੇ ਜਦੋਂ ਸੈਕਿੰਡ ਪਲੇਸ ਵਾਵਲ ਹੋਵੇ ਜਿਵੇਂ ਕੇ ਤੋਂ ਬਾਅਦ ਏ ਵਾਵਲ ਤਾਂ ਹੋਰੀਜੈਂਟਲ ਸਟ੍ਰੋਕ ਔਨ ਦਾ ਲਾਈਨ, ਅਗਲਾ ਹੋਰੀਜੈਂਟਲ ਸਟ੍ਰੋਕ ਵੀ ਲਾਈਨ 'ਤੇ ਹੀ ਰਹਿ ਜਾਏਗਾ। ਜਦੋਂ ਥਰਡ ਪਲੇਸ ਵਾਵਲ ਹੋਏ ਦੋ ਹੋਰੀਜੈਂਟਲ ਸਟ੍ਰੋਕਸ ਦਰਮਿਆਨ ਤਾਂ ਥਰਡ ਪਲੇਸ ਵਾਵਲ ਹੈ ਨੈਕਸਟ ਸਟ੍ਰੋਕ ਦੀ ਬਿਫੋਰ ਸਾਈਡ ਲੱਗੇਗਾ। ਔਰ ਹੋਰੀਜੈਂਟਲ ਸਟ੍ਰੋਕ ਲਾਈਨ ਨੂੰ ਕੱਟ ਕੇ ਨਹੀਂ ਲਿਖਿਆ ਜਾਂਦਾ। ਸੈਕਿੰਡ ਪਲੇਸ 'ਤੇ ਜਿਵੇਂ ਹੀ ਔਨ ਦਾ ਲਾਈਨ ਲਿਖਿਆ ਸੀ ਉਸੇ ਤਰ੍ਹਾਂ ਹੀ ਥਰਡ ਪਲੇਸ ਵਾਵਲ ਆਉਣ ਦੀ ਹਾਲਤ ਵਿੱਚ ਵੀ ਇਹਨੂੰ ਔਨ ਦਾ ਲਾਈਨ ਹੀ ਲਿਖਾਂਗੇ। ਨੈਕਸਟ ਵਰਡ ਸੀਗਾ ਸਾਡੇ ਕੋਲ ਕੌਮ। ਸੈਕਿੰਡ ਪਲੇਸ ਵਾਵਲ ਸੀਗਾ ਤਾਂ ਕੇ ਅਸੀਂ ਔਨ ਦਾ ਲਾਈਨ ਲਿਖਿਆ ਤਾਂ ਅੱਗੇ ਐਮ, ਕੌਮ, ਬੀ ਸਾਇਲੈਂਟ ਹੈ। ਉਹ ਜਿਹੜਾ ਸਾਡੇ ਕੋਲ ਸੈਕਿੰਡ ਪਲੇਸ ਵਾਵਲ ਹੈ ਹੈਵੀ ਡੈਸ਼ ਵਾਵਲ, ਉਹ ਲਾਵਾਂਗੇ ਅਸੀਂ। ਤੇ ਇਸੇ ਤਰ੍ਹਾਂ ਹੀ ਫਿਰ ਨੈਕਸਟ ਸਟ੍ਰੋਕ ਵਰਡ ਹੈਗਾ ਸਾਡੇ ਕੋਲ ਕਿੱਕ। ਕੇ ਤੋਂ ਬਾਅਦ ਆਉਣ ਵਾਲਾ ਥਰਡ ਪਲੇਸ ਵਾਵਲ, ਅਗਲੇ ਕੇ ਦੀ ਅਗਲਾ ਸਟ੍ਰੋਕ ਫਿਰ ਕੇ ਹੈ ਉਹਦੀ ਬਿਫੋਰ ਸਾਈਡ ਤੇ ਲੱਗੇਗਾ। ਥਰਡ ਪਲੇਸ ਵਾਵਲ ਹੋਣ ਕਰਕੇ ਇਹਨੂੰ ਔਨ ਦਾ ਲਾਈਨ ਨਹੀਂ ਲਿਖਾਂਗੇ ਕਿਉਂਕਿ ਓਰੀਜੈਂਟਲ ਸਟ੍ਰੋਕ ਥਰੂ ਦਾ ਲਾਈਨ ਨਹੀਂ ਲਿਖੀ ਜਾ ਸਕਦੀ। ਸੋ ਸਟੂਡੈਂਟਸ ਆਈ ਹੋਪ ਕਿ ਤੁਹਾਨੂੰ ਇਹ ਚੈਪਟਰ ਦਾ ਸਾਰੀ ਸਮਝ ਲੱਗ ਗਈ ਹੋਵੇਗੀ। ਤੇ ਇਸ ਤੋਂ ਬਾਅਦ ਜਿਹੜੀਆਂ ਸਾਡੇ ਕੋਲ ਐਕਸਰਸਾਈਜ਼ ਹੈਗੀਆਂ ਨੇ 8, 9 ਔਰ 10th, 3 ਐਕਸਰਸਾਈਜ਼ਾਂ ਨੇ, ਜਾਂ ਉਸ ਤੋਂ ਪਹਿਲਾਂ ਹੋਰ ਵੀ ਜਿਹੜੀਆਂ ਐਗਜ਼ਾਮਪਲ ਹੈ, ਇਹਨਾਂ ਤਿੰਨਾਂ ਐਕਸਰਸਾਈਜ਼ਾਂ ਨੂੰ ਤੁਸੀਂ ਆਪਣੀ ਨੋਟਬੁੱਕ 'ਤੇ ਕਿਵੇਂ ਕਰਨਾ ਉਹ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਪਿਛਲੀ ਦੀ ਵਾਵਲਸ ਵਾਲੇ ਚੈਪਟਰ ਦੇ ਵਿੱਚ, ਉਸੇ ਤਰ੍ਹਾਂ ਹੀ ਦੇਖੋ ਸਟੂਡੈਂਟ। ਨੈਕਸਟ ਤੁਹਾਡੇ ਕੋਲ ਜਿਹੜੀ ਹੈ ਨੋਟਬੁੱਕ ਦਿੱਤੀ ਹੋਈ ਹੈ, ਸ਼ਾਰਟ ਹੈਂਡ ਨੋਟਬੁੱਕ, ਉਹਦੇ ਪੇਜ ਦੇ ਉੱਤੇ ਤੁਸੀਂ 3 ਵਰਡ ਲਿਖ ਲਓ, 1 2 3, 3 ਵਰਡ ਲਿਖ ਲਓ ਅਤੇ ਅਗਲੇ ਪੇਜ 'ਤੇ ਫਿਰ 3 ਵਰਡ ਲਿਖ ਲਓ। ਮਤਲਬ ਐਕਸਰਸਾਈਜ਼ ਦੀ ਫਸਟ ਜਿਹੜਾ ਵਰਡ ਹੈ ਉਹ ਤੁਸੀਂ ਇੱਥੇ ਲਿਖ ਲਓ, ਜਿਵੇਂ ਕਿ ਆ ਬੁੱਕ ਦੇ ਵਿੱਚ ਦਿੱਤਾ ਹੈ, ਫਸਟ,
ਸੈਕਿੰਡ, ਫਿਰ ਥਰਡ, ਇਸ ਤਰ੍ਹਾਂ ਹੀ ਨੈਕਸਟ ਐਕਸਰਸਾਈਜ਼ ਜਦੋਂ ਨੈਕਸਟ ਪੇਜਾਂ 'ਤੇ ਲਿਖੋਗੇ ਇੱਦਾਂ ਹੀ ਇੱਕ ਇੱਕ ਪੇਜ 'ਤੇ ਤਿੰਨ ਤਿੰਨ ਵਰਡ ਕਰਕੇ ਇਹ 9th ਐਕਸਰਸਾਈਜ਼ 10th ਐਕਸਰਸਾਈਜ਼ ਇਹ ਤਿੰਨਾਂ ਐਕਸਰਸਾਈਜ਼ਾਂ ਦੇ ਵਰਡ ਲਿਖ ਲਓ ਅਤੇ ਫਿਰ ਉਹਨਾਂ ਦੀ ਪ੍ਰੈਕਟਿਸ ਕਰੋ। ਮਤਲਬ ਜਿੰਨੀਆਂ ਲਾਈਨਾਂ ਸਾਰੀਆਂ ਲਾਈਨਾਂ 'ਤੇ 80 ਵਾਰ 100 ਵਾਰ ਜਿੰਨੀ ਵਾਰ ਵੀ ਲਿਖ ਸਕਦੇ ਆ ਲਿਖਣ ਦੀ ਪ੍ਰੈਕਟਿਸ ਕਰਨੀ ਹੈ ਤੁਸੀਂ ਸਟੂਡੈਂਟ। ਅਤੇ ਇਹ ਤੁਹਾਨੂੰ ਉਮੀਦ ਹੈ ਕਿ ਵੀ ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਅੱਛੀ ਤਰ੍ਹਾਂ ਨਾਲ। ਅਤੇ ਇਸ ਤੋਂ ਅੱਗੇ ਫਿਰ ਸਾਡਾ ਪੁਆਇੰਟ ਹੈਗਾ 25, ਇਹਦੇ ਵਿੱਚ ਗ੍ਰਾਮਰਲੋਗਸ ਹੈਡਿੰਗ ਹੈ। ਗ੍ਰਾਮਰਲੋਗਸ ਮੀਨ ਪੰਜਾਬੀ 'ਚ ਇਹਨੂੰ ਅਸੀਂ ਕਹਿ ਦਿੰਦੇ ਇੱਕ ਆਖਰੀ ਚਿੰਨ੍ਹ। ਇੱਕ ਆਖਰੀ ਚਿੰਨ੍ਹ ਮੀਨ ਕਿ ਵੀ ਜਿਹੜਾ ਵਰਡ ਸਾਡੇ ਕੋਲ ਦਿੱਤੇ ਆ ਏ ਐਨ ਦੀ ਆਲ ਟੂ ਡੂ ਆਫ ਟੂ ਔਨ ਬਟ ਆਊਟ ਹੂ ਐਂਡ ਸ਼ੁੱਡ, ਇਹਨਾਂ ਸਾਰਿਆਂ ਵਰਡ ਵਾਸਤੇ ਜਿਹੜੀ ਨਿਸ਼ਾਨੀ ਦਿੱਤੀ ਹੈ ਜਦੋਂ ਵੀ ਕੋਈ ਸੈਂਟੈਂਸ ਜਾਂ ਪੈਰਾਗ੍ਰਾਫ ਆਉਂਦਾ ਹੈ ਉਹਦੇ ਵਿੱਚ ਅਸੀਂ ਐਜ ਇਟ ਇਜ਼ ਯੂਜ਼ ਕਰਦੇ ਹਾਂ। ਸੋ ਜਿਵੇਂ ਇੱਕ ਕਰੈਕਟਰ ਰੱਖ ਲੈਂਦੇ ਹਾਂ, ਜਿਵੇਂ ਏ ਔਰ ਐਨ ਵਾਸਤੇ ਅਸੀਂ ਇੱਕ ਡਾਟ ਰੱਖਦੇ ਹਾਂ, ਏ ਵਾਸਤੇ ਵੀ ਐਨ ਵਾਸਤੇ ਵੀ ਏ ਐਨ। ਦੀ ਵਾਸਤੇ ਵੀ ਆਪਾਂ ਇੱਕ ਡਾਟ ਰੱਖ ਲੈਂਦੇ ਹਾਂ, ਜਿਹਨੂੰ ਅਸੀਂ ਇੱਕ ਕਰੈਕਟਰ ਬਾਰ ਬਾਰ ਹੀ ਯੂਜ਼ ਕਰਾਂਗੇ ਹੀ, ਦੀ 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 ਦੀ। ਇਸ ਤਰ੍ਹਾਂ ਹੀ ਤੁਸੀਂ ਨੋਟਬੁੱਕ 'ਤੇ ਇੱਕ ਇੱਕ ਪੇਜ 'ਤੇ 3 ਗ੍ਰਾਮਰਲੋਗਸ ਲਿਖ ਲੈਣੇ, ਅਗਲੇ ਪੇਜ 'ਤੇ ਫਿਰ 3 ਲਿਖ ਲੈਣੇ, ਅਗਲੇ ਪੇਜ 3, ਠੀਕ ਹੈ ਜੀ। ਅਤੇ ਇਹਨਾਂ ਦੀ ਪ੍ਰੈਕਟਿਸ ਫਿਰ ਜਿੰਨੀਆਂ ਬਾਕੀ ਲਾਈਨਾਂ ਹੋਣਗੀਆਂ ਉਹਨਾਂ 'ਚ ਕਰਨੀ ਹੈ, ਠੀਕ ਹੈ। ਏ ਐਨ। ਇਸ ਤਰ੍ਹਾਂ ਹੀ ਆਲ ਵਾਸਤੇ ਅਸੀਂ ਇਹ ਨਿਸ਼ਾਨੀ ਰੱਖੀ ਹੈ ਡਾਟ ਟਿਕ। ਇਹ ਜਿਵੇਂ ਆਪਾਂ ਸਟੂਡੈਂਟ ਪੀ ਲਿਖਿਆ ਸੀ ਉਸੇ ਡਾਇਰੈਕਸ਼ਨ ਦੇ ਵਿੱਚ, ਜਿਵੇਂ ਮੰਨ ਲਓ ਕਿ ਪੀ ਦਾ ਹੀ 1/4 ਪਾਰਟ ਕਰੀਏ ਅਤੇ ਜਿਹੜੀ ਟਿਕ ਬਚਦੀ ਹੈ ਇੰਨੀ ਕੁ ਉਹ ਅਸੀਂ ਯੂਜ਼ ਕੀਤੀ ਹੈ ਇਹਦੇ ਵਾਸਤੇ। ਇਹ ਨਹੀਂ ਯੂਜ਼ ਕੀਤਾ, ਪੀ ਦਾ ਪਾਰਟ ਨਹੀਂ ਯੂਜ਼ ਕੀਤਾ, ਯਾਨੀ ਇਹ ਫਾਰ ਐਗਜ਼ਾਮਪਲ ਕਿ ਵੀ ਇੰਨਾ ਹਿੱਸਾ ਸੀ ਆਲ ਵਾਸਤੇ ਯੂਜ਼ ਕੀਤਾ ਹੈ ਔਰ 60 ਡਿਗਰੀ 'ਤੇ ਯੂਜ਼ ਕੀਤੀ ਹੈ ਟਿਕ। ਆਲ ਆਲ ਆਲ, ਇਹੀ ਟਿਕ ਨੂੰ ਜਦੋਂ ਅਸੀਂ ਔਨ ਦਾ ਲਾਈਨ ਲਿਖਿਆ ਤਾਂ 2 ਅਤੇ 2 ਦੋਨਾਂ 2 ਵਾਸਤੇ 2 2 2 2 2 2 2 ਇੱਦਾਂ ਤੁਸੀਂ ਪ੍ਰੈਕਟਿਸ ਕਰਨੀ ਹੈ ਇਹਦੀ ਕਾਪੀ 'ਤੇ ਲਿਖ ਕੇ। ਆਫ ਵਾਸਤੇ ਇਹੀ ਦੋਨਾਂ ਟਿਕ ਨੂੰ ਹੀ ਲਾਈਟ ਲਿਖਦੇ ਹਾਂ, ਆਫ ਅਤੇ 2 2 ਔਨ ਦਾ ਲਾਈਨ, ਆਫ 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 2 2 2 2 2। ਅਤੇ ਔਨ ਵਾਸਤੇ ਅਤੇ ਬਟ ਵਾਸਤੇ ਇਹੀ ਲਾਈਨ ਅਸੀਂ 90 ਡਿਗਰੀ 'ਤੇ, ਜਿਵੇਂ ਆ ਲਾਈਨ ਦਾ 1/4 ਕਰ ਲਈਏ ਜਿਹੜੀ ਸਟੋਕ ਦਾ ਸਾਈਜ਼ ਹੈ, ਤਾਂ ਉੱਪਰੋਂ ਦੀ ਥੱਲੇ ਨੂੰ ਲਿਖ ਲਈਏ 90 ਡਿਗਰੀ 'ਤੇ। ਔਨ 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 ਬਟ ਔਨ ਦਾ ਲਾਈਨ ਲਿਖਾਂਗੇ, ਬਟ 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 ਬਟ। ਇਹ ਅਬਵ ਦਾ ਲਾਈਨ ਹੈ, ਔਨ ਦਾ ਲਾਈਨ, ਅਬਵ ਦਾ ਲਾਈਨ, ਔਨ ਦਾ ਲਾਈਨ, ਅਬਵ ਦਾ ਲਾਈਨ, ਔਨ ਦਾ ਲਾਈਨ, ਅਬਵ ਦਾ ਲਾਈਨ, ਔਨ ਦਾ ਲਾਈਨ। ਫਿਰ ਨੈਕਸਟ ਆ ਜਾਂਦਾ ਜੀ ਸਾਡੇ ਕੋਲ ਓ ਔਟ ਔਟ। ਫਿਰ ਇਹੀ ਜਿਹੜਾ ਹੀ ਚੇਜ ਹੈ ਲਿਖਿਆ ਸੀਗਾ ਜਾਂ ਜੇ ਲਿਖਿਆ ਜੋ ਵੀ ਸੀ 60 ਡਿਗਰੀ 'ਤੇ ਆਪਾਂ ਲਿਖਿਆ ਸੀ, ਉਹਦਾ 1/4 ਜਿਵੇਂ ਪਾਰਟ ਹੈ, ਮਤਲਬ ਜੇ ਦਾ ਪਾਰਟ ਨਹੀਂ ਲੈ ਰਹੇ, ਡਾਇਰੈਕਸ਼ਨ ਦੱਸ ਰਿਹਾ ਮੈਂ। ਫਾਰ ਐਗਜ਼ਾਮਪਲ ਓ ਵਾਸਤੇ ਇਹ ਟਿਕ ਜਿਹੜੀ ਲਈ ਆਪਾਂ ਇਹ ਡਾਰਕ ਹੈ, ਇਹ ਸਾਰੇ ਲਾਈਟ ਹੈ, ਇਹ ਵੀ ਲਾਈਟ ਹੈ ਔਰ ਆਲ ਇਹ ਡਾਰਕ ਹੈ, ਇਹ ਵੀ ਡਾਰਕ ਹੈ ਔਰ ਇਹ ਵੀ ਲਾਈਟ ਹੈ, ਇਹ ਵੀ ਲਾਈਟ ਹੈ, ਔਨ ਵੀ ਲਾਈਟ ਹੈ ਅਤੇ ਬਟ ਵੀ ਲਾਈਟ ਹੈ। ਔਟ 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 ਇਹ ਡਾਰਕ ਹੈ। ਹੂ ਵਾਸਤੇ ਇਹਨੂੰ ਆਪਾਂ ਔਨ ਦਾ ਲਾਈਨ ਲਿਖ ਲੈਂਦੇ ਹਾਂ, ਡਾਰਕ ਹੂ ਹੂ ਹੂ। ਐਂਡ ਵਾਸਤੇ ਜਿਹੜਾ ਜਿਵੇਂ ਅਸੀਂ ਆਰ ਲਿਖਿਆ ਸੀ 35 ਡਿਗਰੀ ਜਾਂ 30 ਡਿਗਰੀ 'ਤੇ ਲੈ ਲਈਏ, ਜਿਵੇਂ ਵੀ ਲੈ ਲਈਏ, ਤਾਂ ਇਹਦਾ 1/4 ਸਾਈਜ਼ ਜਿਵੇਂ ਆ। ਐਂਡ 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 ਇਹ ਵੀ ਲਾਈਟ ਹੈ ਐਂਡ, ਅਤੇ ਇਹਨੂੰ ਆਪਾਂ ਜਦੋਂ ਔਨ ਦਾ ਲਾਈਨ ਲਿਖ ਲਈਏ ਤਾਂ ਇਹ ਸ਼ੁੱਡ ਵਾਸਤੇ ਯੂਜ਼ ਕੀਤਾ ਆਪਾਂ, ਸ਼ੁੱਡ ਸ਼ੁੱਡ ਸ਼ੁੱਡ। ਜਦੋਂ ਵੀ ਕਿਸੇ ਵਰਡ ਵਿੱਚ ਆਪਾਂ ਦੇਖਾਂਗੇ ਆਏਗਾ ਇਹਨੂੰ ਐਜ਼ ਇਟ ਇਜ਼ ਹੀ ਯੂਜ਼ ਕਰਨਾ ਹੈ। ਸੋ ਸਟੂਡੈਂਟ ਇਹ ਵੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਅਤੇ ਅਗਲਾ ਪੁਆਇੰਟ ਜਿਹੜਾ ਸਾਡੇ ਕੋਲ ਹੈਗਾ ਪੰਕਚੁਏਸ਼ਨ ਦਾ। ਇਹਦੇ ਵਿੱਚ ਸਟੂਡੈਂਟ ਅਸੀਂ ਪੰਕਚੁਏਸ਼ਨ ਜਿਹੜੇ ਹੈਗੇ ਆ
ਫੁੱਲ ਸਟਾਪ ਅਸੀਂ ਇਸ ਤਰ੍ਹਾਂ ਲਿਖਦੇ ਹਾਂ, ਸ਼ਾਰਟ ਹੈਂਡ ਵਿੱਚ ਅਸੀਂ ਛੋਟਾ ਜਿਹਾ ਕ੍ਰਾਸ ਲਿਖਦੇ ਹਾਂ। ਇਹੀ ਟਿਕ ਜਿੰਨਾ ਸਾਈਜ਼ ਲੈਂਦੇ ਹਾਂ, ਕ੍ਰਾਸ ਵਾਸਤੇ ਲਾਈਟ ਲਿਖ ਲੈਂਦੇ ਹਾਂ। ਤੇ ਡੈਸ਼ ਜਿਹੜੀ ਆਪਾਂ ਇਦਾਂ ਲਿਖਦੇ ਹਾਂ, ਉਹਦੇ ਵਾਸਤੇ ਅਸੀਂ ਇਹ ਨਿਸ਼ਾਨੀ ਯੂਜ਼ ਕਰਦੇ ਹਾਂ। ਇੰਟੈਰੋਗੇਸ਼ਨ ਯਾਨੀ ਕੁਐਸਚਨ ਮਾਰਕ ਜਿਹੜਾ ਅਸੀਂ ਇੰਜ ਲਿਖਦੇ ਹਾਂ। ਤੇ ਸ਼ਾਰਟ ਹੈਂਡ ਵਿੱਚ ਆਪਾਂ ਇਹਦੇ ਥੱਲੇ ਕ੍ਰਾਸ ਪਾ ਦਿੰਦੇ ਹਾਂ। ਤੇ ਇੱਥੇ ਜਿਹੜਾ ਐਕਸਕਲੇਮੇਸ਼ਨ ਹੈ ਇਹਦੇ ਥੱਲੇ ਬਿੰਦੀ ਪਾਉਂਦੇ ਹਾਂ ਅਸੀਂ, ਤੇ ਸ਼ਾਰਟ ਹੈਂਡ ਵਿੱਚ ਆਪਾਂ ਬਿੰਦੀ ਥਾਂ ਕ੍ਰਾਸ ਪਾ ਦਿੰਦੇ ਹਾਂ। ਸੋ ਸਟੂਡੈਂਟ ਪੰਕਚੁਏਸ਼ਨ ਜਿਹੜੀ ਹੈ, ਅਦਰ ਪੰਕਚੁਏਸ਼ਨ ਮਾਰਕਸ ਆਰ ਰਿਟਨ ਐਜ਼ ਯੂਜ਼ੁਅਲ। ਤੇ ਇਸ ਤੋਂ ਬਾਅਦ ਜਦੋਂ ਤੁਹਾਨੂੰ ਚੈਪਟਰ ਸਾਰਾ ਸਮਝ ਲੱਗ ਗਿਆ ਤਾਂ ਤੁਸੀਂ ਬੁੱਕ ਦੀਆਂ ਜਿਹੜੀਆਂ ਐਕਸਰਸਾਈਜ਼ਾਂ ਉਹਨਾਂ ਦੀ ਪ੍ਰੈਕਟਿਸ ਕਰ ਲੈਣਾ। ਜਿਵੇਂ 11th ਐਕਸਰਸਾਈਜ਼ ਹੈਗੀ ਆਪਣੇ ਕੋਲ, ਦੇ ਸ਼ੁੱਡ ਸ਼ਿਪ ਆਲ ਦਾ ਕੋਲ ਔਨ ਮੰਡੇ ਦਾ 10th ਆਫ ਮੇ। ਇਹ ਸਾਰੀਆਂ ਲਾਈਨਾਂ ਜਿਵੇਂ ਹੁਣ ਇੱਕ ਲਾਈਨ ਅਸੀਂ ਇੱਕ ਪੇਜ 'ਤੇ ਲਿਖ ਲਵਾਂਗੇ, ਇੱਕ ਪੇਜ 'ਤੇ ਇੱਥੇ ਉੱਪਰ ਲਾਈਨ 'ਤੇ ਲਿਖ ਲਵਾਂਗੇ, ਇੰਗਲਿਸ਼ ਵਿੱਚ ਲਿਖ ਲਵਾਂਗੇ। ਅਤੇ ਤੁਹਾਡੇ ਕੋਲ ਦੂਜੀ ਬੁੱਕ ਜਿਹੜੀ ਇਹਦੀ ਕੀ ਦਿੱਤੀ ਹੋਈ ਹੈ, ਉਹਦੇ ਤੋਂ ਤੁਸੀਂ ਇੰਗਲਿਸ਼ ਲਿਖ ਸਕਦੇ ਹੋ। ਇੱਥੋਂ ਸ਼ਾਰਟ ਹੈਂਡ ਤੋਂ ਜਿਹੜੀ ਹੈ ਤੁਸੀਂ ਹੈਲਪ ਲੈ ਕੇ ਆਪਣੀਆਂ ਆਊਟਲਾਈਨਸ ਇੱਥੇ ਲਿਖ ਸਕਦੇ ਹੋ। ਉਸ ਤੋਂ ਬਾਅਦ ਇਹ ਲਾਈਨ ਬਾਰ-ਬਾਰ ਇੱਥੇ ਸ਼ਾਰਟ ਹੈਂਡ 'ਚ ਤੁਸੀਂ ਲਿਖ ਕੇ ਪ੍ਰੈਕਟਿਸ ਕਰਨੀ ਹੈ। ਮਤਲਬ ਇਹ ਆਪਣੀ ਉਹ ਲਿਖੀ ਹੋਈ ਪੜ੍ਹਨੀ ਹੈ ਅਤੇ ਫਿਰ ਇੱਥੇ ਲਿਖਣੀ ਹੈ, ਪੜ੍ਹਨੀ ਹੈ, ਲਿਖਣੀ ਹੈ, ਪੜ੍ਹਨੀ ਹੈ, ਲਿਖਣੀ ਹੈ। ਠੀਕ ਹੈ, ਪਹਿਲੀ ਲਿਖੀ ਹੋਈ ਪੜ੍ਹ ਹੋ ਜਾਣੀ ਹੈ, ਦੂਜੀ ਇਹੀ ਲਿਖ ਲੈਣੀ ਹੈ, ਫਿਰ ਜਿਹੜੀ ਲਿਖੀ ਹੈ ਉਹ ਪੜ੍ਹ ਹੋ ਜਾਣੀ ਹੈ, ਦੂਜੀ ਲਿਖ ਲੈਣੀ। ਇੱਦਾਂ ਲਿਖਣ ਪੜ੍ਹਨ ਦੀ ਪ੍ਰੈਕਟਿਸ ਤੁਹਾਡੀ ਨਾਲੋਂ ਨਾਲ ਹੋਏਗੀ। ਇਹ 11th ਐਂਡ 12th ਐਕਸਰਸਾਈਜ਼ ਦੋਨੋਂ ਹੀ ਇਸੇ ਤਰ੍ਹਾਂ ਹੀ ਪ੍ਰੈਕਟਿਸ ਕਰਨੀ ਹੈ। ਸੋ ਸਟੂਡੈਂਟ, ਜੇ ਤੁਹਾਨੂੰ ਮੇਰਾ ਸ਼ਾਰਟ ਹੈਂਡ ਸਿਖਾਉਣ ਦਾ ਮੈਥਡ ਅੱਛਾ ਲੱਗਿਆ ਹੋਵੇ ਤਾਂ ਮੇਰਾ ਚੈਨਲ ਜਿਹੜਾ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਅਤੇ ਸ਼ੇਅਰ ਵੀ ਕਰ ਦੇਣਾ। ਅਤੇ ਅਗਲੀ ਵੀਡੀਓ ਵਿੱਚ ਅਗਲੇ ਚੈਪਟਰ ਦੇ ਵਿੱਚ ਅਸੀਂ ਫਿਰ ਮਿਲਦੇ ਹਾਂ। ਡੋਂਟ ਵਰੀ, ਬੀ ਹੈਪੀ।